ਹੁਣ ਲੋਕਡਾਊਨ ਦੇ ਵਿੱਚ ਵਿਸ਼ਵ ਜਦੋਂ ਕਹਿ ਕੇ ਹਟਿਆ ਸ਼ੁਰੂਆਤ ਦੇ ਵਿੱਚ ਕੋਸ਼ਿਸ਼ ਕਰੀਦੀ ਹੈ ਯੂਕੇ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਗੱਲਾਂ ਦੱਸਦੇ ਆ। ਅੱਜ ਅਸੀਂ ਬਾਹਰ ਗੁਰੂ ਘਰਾਂ ਨਾਲ ਵੀ ਗੱਲਾਂ ਕਰਦੇ ਅਸੀਂ ਦੁਬਈ ਦੀ ਗੱਲ ਕੀਤੀ ਸੀਗੀ, ਕੀਨੀਆ ਦੀ ਗੱਲ ਕੀਤੀ ਸੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਪਾਸ ਲੇਟ ਸ਼ੋ ਲੈ ਕੇ ਆਨੇ ਆ। ਦੇਖੋ ਜਿਹੜੇ ਆਪਣੀ ਸਿੱਖ ਕਮਿਊਨਿਟੀ ਹੋਈ ਜਾਂ ਚੈਨਲ ਹੋਏ ਬੇਸ਼ੱਕ ਦੀ ਲੋਕਡਾਊਨ ਹੋਏ ਇੱਕ ਕਦੇ ਲੋਕਡਾਊਨ ਨਹੀਂ ਹੋਏ, ਸਾਡੀ ਕਮਿਟਮੈਂਟ ਹੈਗੀ ਵੀ ਪ੍ਰੋਮਿਸ ਵੀ ਡਿਲੀਵਰ। ਕੁਝ ਵੀ ਦੁਨੀਆ 'ਚ ਚੱਲਦਾ ਰਹੇ ਅਕਾਲ ਚੈਨਲ ਤੁਹਾਨੂੰ ਹਰ ਜਗ੍ਹਾ ਟਾਈਮ ਤੋਂ ਤੁਹਾਨੂੰ ਨਿਊਜ਼ ਲੈ ਕੇ ਆਉਂਦੀ ਹੈ। ਲਾਸਟ ਵੀਕ ਲੇਟ ਸ਼ੋ ਦੇ ਉੱਪਰ ਮੇਰੇ ਪਾਸ ਸੀਗੇ ਆਪਣੇ ਸਰਦਾਰ ਰਣਵੀਰ ਸਿੰਘ ਜੋ ਕਿ ਆਪਣੀ ਸਿੱਖਾਂ ਦੀ ਹਿਸਟਰੀ ਯੂਕੇ ਫਰਾਂਸ ਯੂਰਪ 'ਚ ਹੋਈ ਹੈ ਉਹਦੇ ਬਾਰੇ ਬੜਾ ਅੱਛਾ ਕੰਮ ਕਰਦੇ ਨੇ, ਬੜਾ ਅੱਛਾ ਲੱਗਿਆ। ਇੰਟੈਲੈਕਚੁਅਲ ਗਾਈ ਜਿਹਨੇ ਕਿ ਇੱਦਾਂ ਦੇ ਪ੍ਰੋਗਰਾਮ ਲੈ ਕੇ ਆਣ ਕੇ ਆਪਣੀ ਸਿੱਖੀ ਕਾਇਮ ਰੱਖਦੇ ਨੇ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਦੁਨੀਆ 'ਚ ਕੀ ਹੋਇਆ, ਆਪਣੇ ਸਿੱਖਾਂ ਨੇ ਕੀ ਕੀਤਾ। ਗੋਇੰਗ ਬੈਕ ਟੂ ਵਰਲਡ ਵਾਰ 1 ਵਰਲਡ ਵਾਰ 2 ਹੋਰ ਵੀ ਜਿਹੜੀਆਂ ਛੋਟੀਆਂ ਮੋਟੀਆਂ ਵਾਰ ਹੁੰਦੀਆਂ ਰਹੀਆਂ, ਹਰ ਵਾਰ ਦੇ ਵਿੱਚ ਸਿੱਖਾਂ ਦੀ ਕੰਟਰੀਬਿਊਸ਼ਨ ਹੈਗੀ ਹੈ ਅਤੇ ਆਪਣੇ ਰਣਵੀਰ ਸਿੰਘ ਇਹ ਕੰਮ ਕਰ ਰਹੇ ਨੇ, ਆਪਣੀ ਹਿਸਟਰੀ ਨੂੰ ਤਾਜ਼ਾ ਕਰ ਰਹੇ ਨੇ ਅਤੇ ਬੜਾ ਅੱਛਾ ਲੱਗਦਾ। ਅਸੀਂ ਹੁਣ ਲੋਕਡਾਊਨ ਦੇ ਵਿੱਚ ਵਿਸ਼ਵ ਜਦੋਂ ਕਹਿ ਕੇ ਹਟਿਆ ਸ਼ੁਰੂਆਤ ਦੇ ਵਿੱਚ ਕੋਸ਼ਿਸ਼ ਕਰੀਦੀ ਹੈ ਯੂਕੇ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਗੱਲਾਂ ਦੱਸਦੇ ਆ। ਅੱਜ ਅਸੀਂ ਬਾਹਰ ਗੁਰੂ ਘਰਾਂ ਨਾਲ ਵੀ ਗੱਲਾਂ ਕਰਦੇ ਅਸੀਂ ਦੁਬਈ ਦੀ ਗੱਲ ਕੀਤੀ ਸੀਗੀ, ਕੀਨੀਆ ਦੀ ਗੱਲ ਕੀਤੀ ਸੀ। ਅੱਜ ਵਾਪਸ ਆਮ ਸੋ ਓਨਰ ਸੋ ਪ੍ਰਿਵਿਲੇਜ ਕਿ ਮੇਰੇ ਪਾਸ ਆਪਣੇ ਸਰਦਾਰ ਜਗਜੀਤ ਸਿੰਘ ਆਲੂਵਾਲੀਆ ਚੇਅਰਮੈਨ ਮਕਿੰਡੋ ਗੁਰਦੁਆਰਾ ਜੋ ਕੀਨੀਆ 'ਚ ਹੈਗਾ। ਬੜੀ ਵੱਡੀ ਹਿਸਟਰੀ ਹੈ, ਇਟਸ ਗੋਇੰਗ ਬੈਕ ਟੂ 1898 ਜਦੋਂ ਕਿ ਸਾਡੀ ਵਰਕ ਫੋਰਸ ਪੰਜਾਬ ਤੋਂ ਜਾਂ ਇੰਡੀਆ ਤੋਂ ਲੈ ਕੇ ਗਏ ਸੀਗੇ, ਮੈਜੋਰਿਟੀ ਪੰਜਾਬ ਤੋਂ ਸੀਗੇ ਅਸਲ ਦੇ ਵਿੱਚ। ਅਤੇ ਉਹ ਤੁਸੀਂ ਦੇਖਦੇ ਪਿੱਛੇ ਫੋਟੋ ਮਕਿੰਡੋ ਗੁਰਦੁਆਰੇ ਦੀਆਂ, ਬੜਾ ਹਿਸਟੋਰਿਕ ਇਹ ਰੇਲਵੇ ਲਾਈਨ ਬਣੀ ਹੈ ਅਤੇ ਮਕਿੰਡੋ ਗੁਰਦੁਆਰੇ ਦੀ ਬੜੀ ਹਿਸਟਰੀ ਹੈ ਕਿਉਂਕਿ ਤੇ ਗੁਰੂਆਂ ਦੇ ਦਰਸ਼ਨ ਹੋਏ ਸੀਗੇ। ਇਟਸ ਮਿਡਲ ਆਫ ਨੋਵੇਅਰ, ਇੱਕ ਜੰਗਲ ਦੇ ਵਿੱਚ ਮੰਗਲ ਬਣਿਆ ਪਿਆ, ਜਿੱਦਾਂ ਤੁਸੀਂ ਕਹਿ ਲਓ ਕਿ ਇੰਨੀ ਰੌਣਕ ਲੱਗੀ ਹੈ ਕਿ ਉੱਥੇ ਆਪਣੇ ਸਿੱਖਾਂ ਨੇ ਸੋਚਿਆ ਕਿ ਗੁਰੂ ਘਰ ਹੋਣਾ ਚਾਹੀਦਾ ਅਤੇ ਉਹਨਾਂ ਨੇ ਗੁਰੂ ਘਰ ਬਣਾਇਆ ਆਪਣਾ ਮਕਿੰਡੋ ਜੋ ਕਿ ਨੈਰੋਬੀ ਕੈਪੀਟਲ ਆਫ ਕੀਨੀਆ ਬਟ 100 ਮੀਲ ਦੂਰ ਹੈਗਾ ਔਨ ਦਾ ਵੇ ਟੂਵਰਡਸ ਮੰਬਾਸਾ ਵਿਚ ਇਜ਼ ਦ ਪੋਰਟ ਆਫ ਕੀਨੀਆ। ਤੋ ਚਲੋ ਮੈਂ ਆਪਣਾ ਬਹੁਤਾ ਟਾਈਮ ਨਹੀਂ ਵੇਸਟ ਕਰਾਂਗਾ ਅਤੇ ਮੈਂ ਸਿੱਧਾ ਜੋ ਚੇਅਰਮੈਨ ਹੈਗੇ ਨੇ ਸਰਦਾਰ ਜਗਜੀਤ ਸਿੰਘ ਨੋਨ ਐਜ਼ ਜੱਗੀ ਆਲੂਵਾਲੀਆ ਫਰੋਮ ਮਕਿੰਡੋ ਗੁਰਦੁਆਰਾ, ਉਹਨਾਂ ਦਾ ਸਵਾਗਤ ਕਰਦੇ। ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰਾਨਾ ਕਰਦਾ, ਬਹੁਤ ਅੱਛਾ ਲੱਗਦਾ ਕਿ ਤੁਸੀਂ ਟਾਈਮ ਕੱਢ ਕੇ ਆਏ ਹੋ। ਇਹ ਗੁਰੂ ਘਰ ਦਾ ਦੁਨੀਆ 'ਚ ਨਾਮ ਹੈਗਾ। ਅੱਜ ਤੁਹਾਡੇ ਨਾਲ ਗੱਲ ਕਰਾਂਗੇ, ਤੁਸੀਂ ਚੇਅਰਮੈਨ ਹੈਗੇ ਗੁਰੂ ਘਰ ਦੇ। ਬਾਕੀ ਜਦੋਂ ਆਪਾਂ ਗੱਲਾਂ ਕਰਾਂਗੇ ਅਤੇ ਮਕਿੰਡੋ ਗੁਰਦੁਆਰੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਕਿੰਨਾ ਸ਼ਾਨਦਾਰ ਇੱਕ ਜੰਗਲ ਦੇ ਵਿੱਚ ਬਣਿਆ ਹੋਇਆ। ਭਾਜੀ ਆਪਣੀ ਸਿੱਖ ਕਮਿਊਨਿਟੀ ਬੜੀ ਦੇਣ ਹੈ ਇਹਦੇ ਵਿੱਚ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਭਾਜੀ ਜਿਹੜੀ ਸਾਡੀ ਸਿੱਖ ਕਮਿਊਨਿਟੀ ਹੈ ਨਾ, ਖਾਸ ਕਰ ਕੀਨੀਆ ਵਿੱਚ, ਅਸੀਂ ਤਾਂ ਹੋਰ ਬੰਦਿਆਂ ਦੇ ਦੇਸ਼ ਵਿੱਚ ਰਹਿ ਰਹੇ ਹਾਂ ਅਤੇ ਜਦੋਂ ਸਿੱਖ ਇੰਡੀਆ ਤੋਂ ਆਏ ਸੀਗੇ ਕੀਨੀਆ ਵਿੱਚ 1897 1898 ਰੇਲਵੇ ਲਾਈਨ ਬਣ ਲਈ, ਉਸ ਟਾਈਮ 'ਤੇ ਇਹਨਾਂ ਨੇ ਲੋਕਲ ਬੰਦਿਆਂ ਨਾਲ ਇਹਨਾਂ ਦਾ ਕਾਫੀ ਮਿਲਵਰਤਨ ਹੋਇਆ, ਰਿਲੇਸ਼ਨਸ਼ਿਪਸ ਹੋਈਆਂ। ਅਸੀਂ ਟੈਕਨੀਸ਼ੀਅਨਸ ਆਏ ਸੀ, ਉਹਨਾਂ ਨੇ ਲੋਕਲ ਬੰਦਿਆਂ ਨੂੰ ਕੰਮ ਸਿਖਾਏ, ਉਹਨਾਂ ਨੂੰ ਆਪਣੀ ਕਰਾਫਟਮੈਨਸ਼ਿਪ ਸਿਖਾਈ। ਉਹਦੇ ਵਿੱਚ ਉਹ ਬੰਦੇ ਸਾਡੇ ਨਾਲ ਕੰਮ ਕਰਦੇ ਰਹੇ, ਫਿਰ ਉਹਨਾਂ ਨੇ ਆਪਣੇ ਕੰਮ ਸ਼ੁਰੂ ਕਰ ਲਏ, ਅੱਜ ਉਹ ਵੀ ਸਕਸੈਸਫੁਲ ਨੇ ਅਤੇ ਉਹਦੇ 'ਚ ਉਹ ਸਾਡੀ ਬਹੁਤ ਰਿਸਪੈਕਟ ਕਰਦੇ। ਐਕਚੁਅਲੀ ਸਿੱਖਾਂ ਵਿੱਚ ਐਜ਼ ਅ ਨੇਸ਼ਨ ਕਮਿਊਨਿਟੀ 'ਚ ਸਿੱਖਾਂ ਦੀ ਬਹੁਤ ਰਿਸਪੈਕਟ ਹੈਗੀ ਹੈ। ਭਾਜੀ ਤੁਸੀਂ ਮਾਈਂਡ ਕੇ ਮੈਂ ਤੁਹਾਨੂੰ ਜੱਗੀ ਕਹਾਂਗਾ। ਜੱਗੀ ਭਾਜੀ ਤੁਸੀਂ ਹੁਣ ਚੇਅਰਮੈਨ ਹੈਗੇ ਗੁਰੂ ਘਰ ਦੇ ਅਤੇ ਦੇਖੋ ਬੜਾ ਸ਼ਾਨਦਾਰ ਗੁਰਦੁਆਰੇ ਦੇ ਵਿੱਚ ਥੋੜ੍ਹਾ ਮੈਨੂੰ ਦੱਸੋ। ਅਸੀਂ ਇਹਦੇ ਤੁਹਾਨੂੰ ਪਤਾ ਸੀ ਜਦੋਂ 550 ਸਾਲ ਮਨਾਇਆ ਗਿਆ ਸੀਗਾ, ਅਸੀਂ ਮਕਿੰਡੋ ਆਣ ਕੇ ਡਾਕੂਮੈਂਟਰੀ ਬਣਾ ਕੇ ਸਭ ਦੁਨੀਆ ਨੂੰ ਦਿਖਾਈ ਸੀਗੀ ਅਤੇ ਬੜਾ ਅੱਛਾ ਲੱਗਿਆ। ਤੁਹਾਡੇ ਕਿੰਨੇ ਕੁ ਰੂਮ ਹੈਗੇ ਨੇ, ਕੁਛ ਹੋਰ ਐਕਸਟੈਂਸ਼ਨ ਹੋਈ ਕਿ ਨਹੀਂ ਹੋਈ, ਔਰ ਗੁਰੂ ਘਰ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ। ਦੇਖੋ ਜੀ, ਜਿਹੜਾ ਮਕਿੰਡੋ ਸਾਹਿਬ ਗੁਰਦੁਆਰਾ ਜਿਹੜੀ ਪ੍ਰੈਜ਼ੈਂਟ ਲੋਕੇਸ਼ਨ ਹੈ ਨਾ, ਇਹ 1926 ਵਿੱਚ ਪ੍ਰੈਜ਼ੈਂਟ ਲੋਕੇਸ਼ਨ 'ਚ ਗੁਰਦੁਆਰਾ ਬਣਿਆ ਸੀਗਾ, ਬਟ ਓਰੀਜਨਲ ਜਿਹੜਾ ਗੁਰਦੁਆਰਾ ਬਣਾਇਆ ਸੀ ਡਿਫਰੈਂਟ ਲੋਕੇਸ਼ਨ ਸੀ। ਉਹ 1898 ਵਿੱਚ ਸਿੱਖਾਂ ਨੂੰ ਜਗ੍ਹਾ ਦਿੱਤੀ ਗਈ ਸੀ ਜਿੱਥੇ ਉਹਨਾਂ ਨੇ ਛੋਟਾ ਜਿਹਾ ਗੁਰਦੁਆਰਾ ਬਣਾਇਆ ਸੀ ਜਿੱਥੇ ਆਪਣਾ ਪਾਠ ਪੂਜਾ ਕਰ ਸਕਣ। ਉਹ ਤੋਂ ਬਾਅਦ ਜਦੋਂ ਪੋਪੂਲੇਸ਼ਨ ਵੱਧਦੀ ਰਹੀ, ਸਾਨੂੰ ਵੱਡੀ ਜਗ੍ਹਾ ਰੇਲਵੇਜ਼ ਨੇ ਆਪਣੀ ਦੇ ਦਿੱਤੀ, ਉਹ ਤੋਂ ਬਾਅਦ ਇਹ ਗੁਰਦੁਆਰਾ ਬਣਿਆ। ਪਹਿਲਾਂ ਇੱਕ ਜ਼ਮਾਨੇ 'ਚ 4-5 ਕਮਰੇ ਹੀ ਹੁੰਦੇ ਸੀਗੇ, ਉਹ ਤੋਂ ਬਾਅਦ ਵੱਧਦਾ ਗਿਆ। ਜਦੋਂ ਮੈਂ ਮੈਂਬਰ ਬਣਿਆ
ਮਤਲਬ 1997 ਵਿੱਚ ਉਦੋਂ ਸਾਡੇ ਪਾਸ 6 ਰੂਮ ਹੁੰਦੇ ਸੀ। ਉਸ ਤੋਂ ਬਾਅਦ ਅਸੀਂ ਐਕਸਟੈਂਡ ਕਰਦੇ ਗਏ ਬਿਕੋਜ਼ ਸੰਗਤ ਦੀ ਨੀਡਸ ਵਧਦੀਆਂ ਗਈਆਂ, ਸੰਗਤ ਕਾਫੀ ਆਉਣ ਲੱਗੀ। ਅੱਜ ਸਾਡੇ ਪਾਸ 97 ਰੂਮਸ ਹੈਗੇ, ਫੁੱਲੀ ਫੁੱਲੀ ਐਂਡ ਸੂਈਟ। ਕਈ ਰੂਮਾਂ 'ਚ 2 ਮੰਜੇ ਹੈ, ਕਈਆਂ 3 ਹੈ, ਕਈਆਂ 4 ਹੈ। ਸਾਡੇ ਪਾਸ ਬੈਡ ਕੈਪੈਸਿਟੀ 300 ਬੰਦਿਆਂ ਦੀ ਹੈਗੀ ਹੈ। ਬਿਲਕੁਲ ਭਾਜੀ, ਬੜੀ ਸ਼ਾਨਦਾਰ ਬਸ। ਬਿਲਡਿੰਗ ਤੁਸੀਂ ਅਸੀਂ ਵੀ, ਮੈਨੂੰ ਬੜਾ ਕਿਸਮਤ ਵਾਲੇ ਸਾਨੂੰ ਮੌਕਾ ਲੱਗਿਆ ਸੀ। ਅਸੀਂ ਆਏ ਹਾਂ ਮਕਿੰਡੋ ਰਹੇ ਸੀ 2 ਦਿਨ ਤੱਕ ਜਦੋਂ ਅਸੀਂ ਡਾਕੂਮੈਂਟਰੀ ਬਣਾਈ ਸੀ ਨਾ, ਤੇ ਥੈਂਕ ਯੂ ਵੈਰੀ ਮੱਚ। ਬਹੁਤ ਸ਼ਾਨਦਾਰ ਕਮਰੇ ਨੇ, ਹਰ ਤਰ੍ਹਾਂ ਦੇ 1 ਬੈਡਰੂਮ 2 ਬੈਡਰੂਮ। ਡਿਸੇਬਿਲਿਟੀ ਜਿਹੜੀ ਹੈਗੇ ਬੰਦੇ ਨੂੰ, ਉਹਨਾਂ ਦੇ ਵੀ ਰੂਮ ਤੁਸੀਂ ਥੱਲੇ ਬਣਾਏ, ਉਹ ਵੀ ਬੜਾ ਅੱਛਾ। ਉਹਨਾਂ ਦੇ ਬਾਰੇ ਦੱਸੋ ਥੋੜ੍ਹਾ ਜਿਹਾ। ਜਿਹੜੇ ਸਾਡਾ ਥੱਲੇ ਰੂਮ ਬਣਾਇਆ ਸੀ, ਕਿਹਾ ਸੀ ਸਾਡੇ ਕਈ ਜਿਹੜੇ ਆਉਂਦੇ ਹੈਗੇ ਸੇਵਾਦਾਰ, ਜਿਹੜੇ ਸਾਡੇ ਕਮਿਊਨਿਟੀ ਮੈਂਬਰਸ ਦੇ ਐਲਡਰਲੀ ਪੀਪਲ, ਉਹਨਾਂ ਨੂੰ ਪੌੜੀਆਂ ਚੜ੍ਹਨਾ ਮੁਸ਼ਕਲ ਹੁੰਦਾ ਸੀ। ਸੋ ਉਹਨਾਂ ਲਈ ਅਸੀਂ ਉਹ ਸਪੈਸ਼ਲ ਰੂਮ ਬਣਾਏ ਸੀ। ਉਹਨਾਂ 'ਚ ਸਪੈਸ਼ਲ ਫੈਸਿਲਿਟੀਜ਼ ਆ ਫॉर ਦੀ ਏਜਡ। ਤੇ ਕਈ 1-2 ਕਮਰੇ ਨਾਲ ਹੀ ਆ ਗੁਰਦੁਆਰੇ ਦੇ ਕੇ, ਜ਼ਿਆਦਾ ਤੁਰਨਾ ਵੀ ਨਾ ਪਏ। ਤੇ ਜਿਹੜੇ ਸਾਡੇ ਸਾਰੇ ਰੂਮ ਹਨ, ਉਹਨਾਂ 'ਚ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ, ਜਿਹੜੀਆਂ ਐਕਚੁਅਲੀ bed ਤੇ sheets, towels, toilet paper, soap, everything, all facilities you get in a hotel, you get in a room at Makindu site. ਭਾਜੀ ਜਿਹਨੇ ਆਪਣੀ ਸੰਗਤ ਬਾਹਰੋਂ ਵੀ ਆਉਂਦੀ ਹੈ, ਕੋਈ ਇੰਗਲੈਂਡ ਤੋਂ, ਯੂਰਪ ਤੋਂ ਆਉਂਦੀ ਹੈ, ਅਮਰੀਕਾ ਤੋਂ, ਇੰਡੀਆ ਤੋਂ, ਉੱਥੇ ਰਹਿਣ ਦਾ ਤੁਸੀਂ ਕੁਝ ਉਹਨਾਂ ਨੂੰ ਚਾਰਜ ਕਰਦੇ ਹੋ ਕਿ ਕਿਸ ਤਰ੍ਹਾਂ ਵਰਕਆਊਟ ਹੁੰਦਾ ਉਹਦਾ? ਭਾਜੀ ਜਿਹੜੇ ਸਾਡੇ ਪਾਸ 97 ਰੂਮਸ ਹੈ, ਤੇ ਸਾਡੇ ਪਾਸ ਇੱਕ ਸਪੈਸ਼ਲ ਵਿੰਗ ਅਸੀਂ ਬਾਅਦ ਵਿੱਚ ਬਣਾਈ ਸੀ 8 ਰੂਮਸ ਦੀ, ਜਿਹੜੇ ਨਾ ਐਕਚੁਅਲੀ ਕਾਫੀ ਅਸੀਂ ਕਿਹਾ ਕਿ ਚੰਗੀ ਚੀਜ਼ ਬਣਾਈ ਹੈ, ਤੇ ਉਹ ਥੋੜੇ ਅਪ ਮਾਰਕੀਟ ਰੂਮਸ ਹੈਗੇ ਆ। ਬਿਲਕੁਲ ਉਹ ਬਿਲਕੁਲ। ਰੂਮਸ ਲਈ ਨਾ ਕਦੀ ਡਿਮਾਂਡ ਜ਼ਿਆਦਾ ਹੋ ਜਾਂਦੀ ਸੀ, ਡਿਸਐਗਰੀਮੈਂਟਸ ਹੋ ਜਾਂਦੀਆਂ ਸੀ। ਸੋ ਅਸੀਂ ਉਹ 8 ਰੂਮਸ ਲਈ ਇੱਕ ਨੋਮੀਨਲ ਚਾਰਜ ਰੱਖਿਆ ਟੂ ਅਵੋਇਡ ਕੋਈ ਕੋਈ ਪ੍ਰੈਫਰੈਂਸ ਬੰਦਿਆਂ ਨੇ, ਕਿਉਂਕਿ ਬਾਬੇ ਦੇ ਘਰ ਤਾਂ ਸਾਰੇ ਸੇਮ ਹੀ ਹੁੰਦੇ ਆ। ਸੋ ਜੇ ਕਿਸੇ ਨੂੰ ਸਪੈਸ਼ਲ ਰੂਮ ਚਾਹੀਦਾ, ਉਹਨਾਂ ਲਈ ਚਾਰਜ ਹੈਗਾ। ਬਾਕੀ ਜਿਹੜੇ 89 ਰੂਮਸ ਆ, ਦੇयर ਇਜ਼ ਨੋ ਚਾਰਜ ਵਾਟਸਐਵਰ। ਤੇ ਉਹ ਸੰਗਤ ਦੀ ਮਰਜ਼ੀ, ਜਿੰਨੀ ਉਹ ਵੀ ਦੇਣੀ ਚਾਹਣ, ਉਹਨਾਂ ਦੀ ਸ਼ਰਧਾ ਦੇ ਸਕਦੇ ਨੇ ਉਹ। ਹਾਂਜੀ, ਹਰ ਇੱਕ ਬੰਦੇ ਦੀ ਆਪਣੀ ਸ਼ਰਤ ਹੈ, ਭਾਜੀ ਕੋਈ ਬਹੁਤ ਅੱਛੇ, ਡਿਮਾਂਡ ਨਹੀਂ ਹੈ ਪੈਸੇ ਦੀ, ਕੁਝ ਨਹੀਂ। ਬਹੁਤ ਚੰਗੀ ਗੱਲ ਹੈ। ਤੇ ਮੈਨੂੰ ਤਾਂ ਪਤਾ ਹੈ ਕਿਉਂਕਿ ਅਸੀਂ ਕੀਨੀਆ ਤੋਂ ਆਏ ਹਾਂ, ਅਸੀਂ ਰਹਿ ਕੇ ਵੀ ਆਏ ਹਾਂ ਉੱਥੇ। ਤੇ ਆਪਣੇ ਗੁਰੂ ਘਰ ਦੇ ਵਿੱਚ ਲੰਗਰ ਹਾਲ 'ਚ ਸਾਰੇ ਆਪਣੇ ਜਿਹੜੇ ਲੋਕਲ ਆਪਣੇ ਕਾਲੇ ਹੈਗੇ ਨੇ ਕਮਿਊਨਿਟੀ, ਉਹਨਾਂ ਨੇ ਦਸਤਾਰਾਂ ਬੰਨੀਆਂ ਹੋਈਆਂ ਨੇ ਤੇ ਉਹ ਲੰਗਰ ਬਣਾਉਂਦੇ ਨੇ। ਉਹਦੇ ਬਾਰੇ ਥੋੜ੍ਹੀ ਬਹੁਤੀ ਗੱਲ ਦੱਸੋ। ਦੇਖੋ, ਜਿਹੜੇ ਸਾਡੇ ਲੰਗਰ ਬਣਾਉਣ ਵਾਲੇ ਆ ਨਾ, ਕਈ ਬੰਦੇ ਤਾਂ 30 ਸਾਲ ਪੁਰਾਣੇ ਹੈਗੇ ਆ, ਤੇ ਸਾਡੇ ਪਾਸ ਆਪਣੇ ਗਿਆਨੀ ਵੀ ਉਹਨਾਂ ਨੂੰ ਅਸਿਸਟ ਕਰਦੇ ਆ, ਤੇ ਫੁੱਲੀ ਟ੍ਰੇਨਡ ਹੈਗੇ। ਸੋ ਸਾਨੂੰ ਕਿਸੇ ਦੀ ਲੋੜ ਨਹੀਂ ਹੈ ਕਿ ਕੋਈ ਆ ਕੇ ਸਾਨੂੰ ਹੈਲਪ ਕਰੇ ਲੰਗਰ ਬਣਾ ਲਿਓ। ਸਾਡੇ ਜਿਹੜੇ ਉੱਥੇ ਵਰਕਰ ਹੈ ਸੈਲਫ ਸਫੀਸ਼ੀਐਂਟ ਹੈ, ਸੋ ਲੰਗਰ ਵੀ ਉਹੀ ਬਣਾਉਂਦੇ ਆ। ਹੁਣ ਸੰਗਤ ਜਿਹੜੀ ਆਉਂਦੀ ਹੈ, ਜੋ ਉਹਨਾਂ ਦੀ ਸ਼ਰਧਾ ਲੰਗਰ ਵਿੱਚ ਸੇਵਾ ਕਰਨ ਦੀ, ਆਫਕੋਰਸ ਉਹਨਾਂ ਨੂੰ ਕੋਈ ਰੋਕਦਾ ਨਹੀਂ ਹੈ, ਪਰ ਉਹ ਤਾਂ ਜ਼ਿਆਦਾ ਵੀਕਐਂਡ 'ਤੇ ਹੀ ਆਉਂਦੇ। ਸੋ ਵੀਕਡੇਜ਼ ਸਾਡੇ ਜਿਹੜੇ ਲੋਕਲ ਸੇਵਾਦਾਰ ਹੈਗੇ ਉਹੀ ਬਣਾਉਂਦੇ ਆ ਲੰਗਰ, ਜੱਗੀ ਜੀ ਇੱਕ ਬੜੀ ਕਮਾਲ ਔਰ ਦੀ ਸਾਰੀ ਗੱਲ ਹੈ। ਪੂਰੀ ਸਿੱਖ ਮਰਿਆਦਾ ਵੀ ਫੋਲੋ ਕਰਦੇ ਆ। ਬਿਲਕੁਲ, ਹਾਂ ਮੈਂ ਦੇਖਿਆ, ਬਿਲਕੁਲ ਪੰਜਾਬੀ ਬੋਲਦੇ ਨੇ, ਬਹੁਤ ਬਹੁਤ ਜ਼ਿਆਦਾ ਪੰਜਾਬੀ ਬੋਲਦੇ ਨੇ। ਤੇ ਬੜਾ ਅੱਛਾ ਲੱਗਦਾ, ਪਿਆਰ ਮੁਹੱਬਤ ਕੇ ਕੌਮ ਸਾਡੇ ਸਿੱਖ ਬਣ ਕੇ ਉਹਨਾਂ ਨੇ ਦਸਤਾਰ ਬੰਨੀ ਹੋਈ ਹੈ। ਜੱਗੀ ਜੀ ਬੜੀ, ਜਿੱਦਾਂ ਤੁਸੀਂ ਰੂਮਾਂ ਦੀ ਗੱਲ ਦੱਸਿਆ, ਮੈਂ ਦੱਸਦਾ ਜਾਵਾਂ ਸੰਗਤ ਨੂੰ, ਜਿਹੜੇ ਰੂਮ ਹੈਗੇ ਨਾ, ਆਪਣਾ ਜਿਹੜਾ ਗੁਰੂ ਸਾਹਿਬ ਦਾ ਆਪਣਾ ਪ੍ਰਕਾਸ਼ ਕੀਤਾ ਬਿਲਕੁਲ ਨਾਲ ਹੀ ਹੈਗਾ। ਤੇ ਤੁਸੀਂ 2 ਵਜੇ ਉੱਠੋ, 3 ਵਜੇ ਉੱਠੋ, 4 ਵਜੇ ਉੱਠੋ, ਉਹ ਕੰਪਾਊਂਡ ਦੇ ਅੰਦਰ ਹੈ, ਪ੍ਰੋਪਰ ਸੇਫਟੀ ਹੈਗੀ ਹੈ। ਤੁਸੀਂ ਸਵੇਰ ਜਾ ਕੇ ਜਦੋਂ ਆਪਣੇ ਗੁਰੂ ਘਰ ਕਰਦੇ ਨੇ ਪਾਠ, ਤੁਸੀਂ ਸੁਣ ਸਕਦੇ ਹੋ, ਫਿਰ ਤੁਸੀਂ ਵਾਪਸ ਰੂਮ 'ਚ ਆ ਸਕਦੇ ਹੋ। ਜਦੋਂ ਤੁਹਾਡਾ ਦਿਲ ਕਰਦਾ ਤੁਸੀਂ ਜਾਓ, ਲੰਗਰ ਥੱਲੇ ਚੱਲਦਾ। ਇਹ ਨਾ ਇੱਕ ਜਿੱਦਾਂ ਹੌਲੀਡੇ ਰਿਜ਼ੋਰਟ ਨਹੀਂ ਹੁੰਦਾ, ਇਸ ਤਰੀਕੇ ਨਾਲ ਰੂਮ ਬਣੇ ਤੇ ਨਾਲ ਆਪਣਾ ਗੁਰੂ ਘਰ ਬਣਿਆ। ਲੇਕਿਨ ਇੱਕ ਗੱਲ ਹੈਗੀ ਹੈ, ਇਹ ਗੁਰੂ ਘਰ ਦੇਖਣ ਵਾਲਾ, ਤੁਸੀਂ ਦੇਖ ਰਹੇ ਹੋ ਤਸਵੀਰਾਂ, ਦਿਸ ਇਜ਼ ਉੱਤੋਂ ਵਿਊ ਲਿੱਤਾ ਇਹਨਾਂ ਨੇ ਸਕਾਈ ਤੋਂ, ਤੇ ਮਿਡਲ ਆਫ ਦਾ ਰੋਡ ਜਿਹੜੇ ਰੋਡ ਦੇਖਦੇ ਹੋ, ਦਿਸ ਇਜ਼ ਦਾ ਮੇਨ ਰੋਡ ਗੋਇੰਗ ਟੂ ਮੰਬਾਸਾ। ਮੈਨੂੰ ਲੱਗਦਾ ਤਕਰੀਬਨ 300 ਮੀਲ ਦੂਰ ਹੈਗਾ ਫਰੋਮ ਨੈਰੋਬੀ ਟੂ ਮੰਬਾਸਾ। ਤੇ ਇਹ ਛੋਟੇ ਛੋਟੇ ਰੂਮ ਬਣੇ ਨੇ ਗੁਰੂ ਘਰ, ਤੁਸੀਂ ਦੇਖੋ ਇਹਨਾਂ ਦਾ ਬਹੁਤ ਬਹੁਤ ਸ਼ਾਨਦਾਰ ਇਹਦੀ ਹਿਸਟਰੀ ਹੈ ਕਿ ਇੱਕ ਲੋਕਲ ਬੰਦੇ ਨੂੰ ਜਦੋਂ ਸਿਰਫ ਝੌਂਪੜੀ ਹੁੰਦੀ ਸੀ, ਆਪਣੇ ਉੱਤੇ ਪ੍ਰਕਾਸ਼ ਕੀਤਾ ਸੀਗਾ ਤੇ ਉਹਨੂੰ ਗੁਰੂਆਂ ਦੇ ਦਰਸ਼ਨ ਹੋਏ ਸੀਗੇ। ਬੜੇ ਸਾਲ ਲੱਗੇ ਸਿੱਖਾਂ ਨੂੰ ਯਕੀਨ ਕਰਨ ਕਿ ਵਾਕਈ ਇੱਕ ਕਾਲੇ ਨੂੰ ਗੁਰੂਆਂ ਦੇ ਦਰਸ਼ਨ ਹੋਏ। ਇਹਦੇ ਬਾਰੇ ਅਸੀਂ ਕਦੀ ਫਿਰ ਬਾਅਦ 'ਚ ਗੱਲ ਕਰਾਂਗੇ ਕਿਉਂਕਿ ਲੰਬੀ ਹਿਸਟਰੀ ਹੈ। ਤੇ ਜੱਗੀ ਜੀ ਹੁਣ ਆਪਣਾ ਬਿਮਾਰੀ ਕਰਕੇ, ਲੋਕਡਾਊਨ ਕਰਕੇ ਕਿਸ ਤਰ੍ਹਾਂ ਸੰਗਤ ਆਂਦੀ ਕਿ ਨਹੀਂ ਆਂਦੀ, ਕੀ ਤੁਹਾਡੇ ਕੀ ਫੰਕਸ਼ਨ ਹੁੰਦੇ ਨੇ ਗੁਰੂ ਘਰ 'ਚੋਂ?
ਦੇਖੋ ਜੀ, ਸਾਡਾ ਨਾ ਜਦੋਂ ਕੋਵਿਡ ਕੀਨੀਆ 'ਚ ਪਹਿਲੀ ਵਾਰੀ ਮਨਾਦਾ 18 ਮਾਰਚ ਨੂੰ ਰਿਸਟ੍ਰਿਕਸ਼ਨ ਸ਼ੁਰੂ ਹੋਈਆਂ ਸੀ, ਉਦੋਂ ਫਿਰ ਟਰੈਵਲਿੰਗ ਅਲਾਉਡ ਨਹੀਂ ਸੀ ਆਊਟਸਾਈਡ ਨੈਰੋਬੀ। ਸੋ ਉਦੋਂ ਫਿਰ ਅਸੀਂ ਕੀ ਕੀਤਾ ਸੀ, ਕਿਉਂਕਿ ਸੰਗਤ ਨਹੀਂ ਜਾਂਦੀ ਸੀ, ਅਸੀਂ ਰਿਸਟ੍ਰਿਕਸ਼ਨ ਪ੍ਰੋਪਰ ਰਿਸਟ੍ਰਿਕਸ਼ਨਸ ਲਿਆਂਦੀਆਂ ਸੀ। ਸਾਡਾ ਗੇਟ ਤਾਂ ਵੈਸੇ ਵਾਚਮੈਨ ਫੁੱਲ ਟਾਈਮ ਹੁੰਦਾ ਹੀ ਹੈ, ਤੇ ਸਾਡੇ ਆਪਣੇ ਸਟਾਫ ਹੈ, ਸਾਡੇ ਪਾਸ ਟੋਟਲ ਅਬਾਊਟ 100 ਬੰਦਿਆਂ ਦਾ ਸਟਾਫ ਹੈ। ਉਹਨਾਂ 'ਚੋਂ ਫਿਰ ਅਸੀਂ ਸਟਾਫ ਨੂੰ ਲੀਵ ਤੇ ਭੇਜਤਾ ਸੀ, ਉਹਨਾਂ ਦੇ ਜਿਹੜੇ ਆਫ ਡਿਊਟੀ ਸੀ ਕਵਰ ਅਪ ਕਰਨ ਲਈ। ਪਰ ਸਾਡੇ ਗਿਆਨੀ ਉੱਥੇ ਹੀ ਸੀਗੇ। ਰੋਜ਼ ਕੀਰਤਨ ਹੁੰਦਾ, ਜਿੱਦਾਂ ਗੁਰਦੁਆਰੇ ਦੀ ਮਰਿਆਦਾ ਹੈਗੀ ਹੈ। ਆਸਾ ਜੀ ਦੀ ਵਾਰ ਲੱਗਦੀ ਹੈ, ਸ਼ਾਮ ਨੂੰ ਰਹਿਰਾ ਸਾਹਿਬ ਹੁੰਦਾ ਹੈ, ਉੱਥੇ ਅਖੰਡ ਪਾਠ ਹੁੰਦੇ ਆ। ਰੋਜ਼ ਬੰਦਿਆਂ ਨੇ ਅਖੰਡ ਪਾਠ ਬਹੁਤ ਦੇਰ ਤੋਂ ਪਹਿਲਾਂ ਬੁੱਕ ਕੀਤੇ ਹੁੰਦੇ। ਸੋ ਸਾਡੇ ਪਾਸ ਲਿਸਟ ਹੁੰਦੀ ਹੈ, ਉਹ ਡੇਜ਼ ਨੂੰ ਅਸੀਂ ਉਹਨਾਂ ਦਾ ਅਖੰਡ ਪਾਠ ਵੀ ਆਰੰਭ ਕਰ ਦਿੰਦੇ ਹਾਂ, ਭੋਗ ਵੀ ਪਾਉਂਦੇ ਹਾਂ। ਉਹਨਾਂ ਨੂੰ WhatsApp ਤੇ ਮਾਲਿਕ ਦਾ ਮੈਸੇਜ ਵੀ ਭੇਜ ਦਿੰਦਾ, ਜਿਹੜਾ ਹੁਕਮਨਾਮਾ ਆਉਂਦਾ ਹੈ। ਸੋ ਇਹ ਕਦੀ ਬੰਦ ਨਹੀਂ ਹੋਏ, ਚੱਲਦੇ ਰਹੇ। ਜਿਹੜੇ ਬੰਦੇ ਨਹੀਂ ਆ ਸਕਦੇ ਸੀਗੇ, ਐਂਡ 3-4 ਮਹੀਨਿਆਂ ਲਈ ਐਕਚੁਅਲੀ ਕੋਈ ਆ ਵੀ ਨਹੀਂ ਸਕਦਾ ਸੀ, ਕਿਉਂਕਿ ਲੋਕਡਾਊਨ ਸੀਗੇ। ਬਿਲਕੁਲ ਬਿਲकुल। ਤੇ ਅਸੀਂ ਉਹਨਾਂ ਨੂੰ ਹੁਕਮਨਾਮਾ ਭੇਜ ਦਿੱਤਾ ਸੀ WhatsApp ਤੇ। ਅਖੰਡ ਪਾਠ ਹੁੰਦੇ ਰਹਿੰਦੇ ਸੀਗੇ, ਉਹਨਾਂ ਦੇ ਲੰਗਰ ਵਿੱਚ ਉਹਨਾਂ ਦੀ ਸੇਵਾ ਵੀ ਹੋ ਜਾਂਦੀ ਸੀ। ਉਹ ਪੈਸੇ ਵੀ WhatsApp ਤੇ M-Pesa ਤੇ ਪੈਸੇ ਵੀ ਬੰਦੇ ਭੇਜ ਦਿੰਦੇ ਸੀ, ਜਾਂ ਸਾਡੇ ਅਕਾਊਂਟ ਵਿੱਚ ਜਮ੍ਹਾਂ ਕਰ ਦਿੰਦੇ ਸੀ। ਸੋ ਇੱਦਾਂ ਸਾਡਾ ਕੁਝ ਚੇਂਜ ਨਹੀਂ ਹੋਇਆ, ਸਾਰਿਆਂ ਦੇ ਅਖੰਡ ਪਾਠ ਹੋਏ। ਔਰ ਜਿਹੜੇ ਅਖੰਡ ਪਾਠ ਹੋਏ ਸਿਰਫ ਕੀਨੀਆ ਤੋਂ ਨਹੀਂ ਹੁੰਦੇ, ਸਾਡੇ ਗੁਰਦੁਆਰੇ ਸਾਰੀ ਦੁਨੀਆ ਤੋਂ, USA, ਕੈਨੇਡਾ, ਆਸਟ੍ਰੇਲੀਆ, ਇੰਡੀਆ, ਮਿਡਲ ਈਸਟ, UK, ਸਾਰੇ ਪਾਸਿਓਂ ਸੰਗਤ ਸਾਡੇ ਉੱਤੇ ਅਖੰਡ ਪਾਠ ਰੱਖਦੇ ਆ। ਭਾਜੀ ਠੀਕ ਹੈ, ਬਹੁਤ ਨਾਮ ਹੈ ਮਕਿੰਡੋ ਗੁਰਦੁਆਰੇ ਦਾ, ਬੜੀ ਦੇਰ ਹੈ, ਕਿਉਂਕਿ ਗੁਰੂਆਂ ਦੇ ਦਰਸ਼ਨ, ਇਹਦੀ ਹਿਸਟਰੀ ਬੜੀ ਵੱਡੀ ਹੈ। ਪਹਿਲੇ ਤਾਂ ਗੱਲ ਇਹ ਗੋਜ਼ ਬੈਕ ਟੂ 1898, ਜਿੱਦਾਂ ਤੁਸੀਂ ਦੱਸਿਆ, ਜਦੋਂ ਆਪਣੀ ਲਿਬਰਲ ਆਈ ਸੀ ਇੰਡੀਆ ਤੋਂ, ਉਦੋਂ ਸਿੱਖਾਂ ਨੇ ਸਟਾਰਟ ਕੀਤਾ ਸੀ ਇੱਕ ਛੋਟੇ ਜਿਹੇ ਇੱਕ ਰੂਮ ਦੇ ਵਿੱਚੋਂ। ਅੱਜ ਦੇਖੋ ਕਿੰਨੀ ਬਰਕਤ ਹੈ, ਕਿੰਨੀ ਰੱਬ ਦੀ ਮਿਹਰ ਹੋਈ ਹੈ ਕਿ ਤੁਸੀਂ ਦੱਸਿਆ ਕਿ 100 ਦੇ ਕਰੀਬ ਕਮਰੇ ਬਣੇ ਹੋਏ ਨੇ। ਵਰਲਡ ਫੇਮਸ ਗੁਰੂ ਘਰ, ਇਟਸ ਅ ਵੈਰੀ ਪਲੇਸ ਕਿ ਦੁਨੀਆ ਨੂੰ ਨਾ, ਜਦੋਂ ਵੀ ਤੁਸੀਂ ਕੀਨੀਆ ਜਾਓ, ਕੋਈ ਵੀ ਜਾਓ, ਯੂ ਮੇਕ ਅ ਮਸਟ ਕਿ ਯੂ ਗੋ ਟੂ ਦਿਸ ਗੁਰਦੁਆਰਾ, ਤੁਸੀਂ ਉਹਨੂੰ ਵਿਜ਼ਿਟ ਕਰੋ। ਓਨੈਸਟਲੀ ਅਗਰ ਤੁਸੀਂ ਕੀਨੀਆ ਜਾਓਗੇ, ਗੁਰਦੁਆਰੇ ਦੇ ਦਰਸ਼ਨ ਨਹੀਂ ਕੀਤੇ, ਤੁਸੀਂ ਅਧੂਰਾ ਰਹਿ ਗਏ, ਤੁਸੀਂ ਕੁਝ ਪੂਰਾ ਨਹੀਂ ਕਰਕੇ ਆਪਣਾ। ਤੇ ਜੱਗੀ ਜੀ, ਹੁਣ ਤੁਸੀਂ ਆਪਣਾ ਜਿਹੜੀ ਗਵਰਨਮੈਂਟ ਦੀ ਗਾਈਡਲਾਈਨ ਹੈਗੀ ਹੈ, ਉਹ ਤੁਸੀਂ ਪ੍ਰੋਪਰ ਫੋਲੋ ਕਰਦੇ ਹੋ ਗੁਰੂ ਘਰ ਦੇ ਵਿੱਚ? ਹਾਂਜੀ ਭਾਜੀ, ਸਾਰੀ ਪ੍ਰੋਪਰ, ਕਿਉਂਕਿ ਅਸੀਂ ਸਰਕਾਰ ਨਾਲ ਕੋਈ ਨਾਰਾਜ਼ਗੀ ਨਹੀਂ ਕਰਨੀ। ਜੋ ਉਹਨਾਂ ਨੇ ਸਾਨੂੰ ਗਾਈਡਲਾਈਨਸ ਦਿੱਤੀਆਂ ਅਸੀਂ ਟੋਟਲੀ ਫੋਲੋ ਕਰਦੇ। ਇਸ ਵੇਲੇ ਕੀ ਹੈ, ਹੁਣ ਟਰੈਵਲਿੰਗ ਰਿਸਟ੍ਰਿਕਸ਼ਨਸ ਲਿਫਟ ਹੋ ਗਈਆਂ, ਸੋ ਬੰਦੇ ਟਰੈਵਲ ਕਰਨ ਲੱਗ ਗਏ। ਬੰਬਾਸੇ ਵੀ ਜਾਂਦੇ ਆ, ਐਸ ਬਿਫੋਰ ਮਕਿੰਡੂ ਰੁਕਦੇ ਆ ਲੰਗਰ ਚੱਕਣ ਲਈ। ਬਸ ਹੁਣ ਉਹਦੇ 'ਚ ਕੀ ਕੀਤਾ ਹੈ, ਟੂ ਪ੍ਰੋਟੈਕਟ ਸੰਗਤ, ਟੂ ਪ੍ਰੋਟੈਕਟ ਜਿਹੜੇ ਸਾਡੇ ਸਟਾਫ, ਸਾਡੇ ਗਿਆਨੀ, ਸਾਡੇ ਵਰਕਰਸ, ਅਸੀਂ ਥੋੜੇ ਰਿਸਟ੍ਰਿਕਸ਼ਨਸ ਲਿਆਂਦੀਆਂ। ਅਸੀਂ ਗੇਟ ਤੇ ਹੁਣ ਕੰਟਰੋਲ ਕਰੀਦਾ, ਉੱਥੇ ਅਸੀਂ ਮੈਸੇਜ ਲਿਖਿਆ ਹੋਇਆ ਗੇਟ ਤੇ ਕਿ ਟੈਂਪਲ ਐਂਟਰੀ ਇਜ਼ ਰਿਸਟ੍ਰਿਕਟਡ ਓਨਲੀ ਫॉर ਪ੍ਰੇਅਰ ਪਰਪਸਿਸ। ਹੁਣ ਇਹਦੇ 'ਚ ਕੀ ਹੁੰਦਾ ਕਿ ਜਿਹੜੇ ਸਿਰਫ ਵਾਸ਼ਰੂਮ ਯੂਜ਼ ਕਰਨ ਲਈ ਰੁਕਦੇ ਸੀ ਜਾਂ ਲੰਗਰ ਖਾ ਕੇ ਨਿਕਲ ਜਾਂਦੇ ਸੀ, ਅਸੀਂ ਇੱਦਾਂ ਦੇ ਬੰਦਿਆਂ ਨੂੰ ਥੋੜਾ ਰਿਸਟ੍ਰਿਕਟ ਕਰਤਾ ਫॉर ਓਬਵੀਅਸ ਰੀਜ਼ਨਸ। ਜਿਹੜੇ ਅੰਦਰ ਆਉਂਦੇ ਵੀ ਹੈ, ਸਾਡਾ ਵਾਚਮੈਨ ਹੈ ਉੱਥੇ, ਤੁਹਾਡਾ ਟੈਂਪਰੇਚਰ ਲਏਗਾ, ਤੁਹਾਡੇ ਹੈਂਡ ਸੈਨੀਟਾਈਜ਼ ਕਰੇਗਾ, ਇਨਸਿਸਟ ਕਰੇਗਾ ਕਿ ਤੁਸੀਂ ਮਾਸਕ ਪਾਓ। ਫਿਰ ਉਹਨਾਂ ਤੁਹਾਡਾ ਆਫਕੋਰਸ ਤੁਹਾਡਾ ਰਿਕਾਰਡ ਰੱਖੇਗਾ, ਨੰਬਰ ਪਲੇਟ ਗੱਡੀ ਦਾ, ਤੁਹਾਡਾ ID, ਤੁਹਾਡਾ ਕੰਟੈਕਟ। ਜੇ ਕੋਈ ਐਸਾ ਕੁਝ ਪਤਾ ਲੱਗ ਜਾਏ, ਕੋਈ ਪ੍ਰੋਬਲਮ, ਐਟਲੀਸਟ ਯੂ ਕੈਨ ਕੰਟੈਕਟ them and tell them ਕਿ ਇਹ ਪ੍ਰੋਬਲਮ ਹੈਗੀ ਹੈ। ਸੋਸ਼ਲ ਡਿਸਟੈਂਸਿੰਗ ਅਸੀਂ ਇਨਸਿਸਟ ਕਰਦੇ। ਸੋ ਇੱਕ ਵਾਰ ਤੁਸੀਂ ਅੰਦਰ ਆ ਜਾਓ ਗੱਡੀ ਪਾਰਕ ਕਰਕੇ, ਫਿਰ ਅਸੀਂ ਐਂਟਰੈਂਸ ਤੇ ਫਿਰ ਅਸੀਂ ਸਾਰੇ ਮੈਜਰਸ ਵਾਪਸ ਰੱਖੇ, ਟੈਂਪਰੇਚਰ ਕੰਟਰੋਲ, ਸੈਨੀਟਾਈਜੇਸ਼ਨ। ਫਿਰ ਤੁਸੀਂ ਆਓ ਦਰਬਾਰ ਸਾਹਿਬ ਵਿੱਚ, ਉੱਥੇ ਮੱਥਾ ਟੇਕੋ। ਅਸੀਂ ਉੱਥੇ ਰੈਗੂਲਰਲੀ ਗੋਲਕ ਦੇ ਅੱਗੇ ਸ਼ੀਟ ਰੱਖੀ ਹੋਈ ਹੈ, ਚੇਂਜ ਕਰਦੇ ਰਹਿੰਦੇ ਹਾਂ। ਥੋੜੇ ਇਨਸਿਸਟ ਕਰੀਦਾ ਮਾਸਕ ਪਾਓ। ਜਿਨ੍ਹਾਂ ਨੇ ਅੰਦਰ ਬੈਠਣਾ, ਆਫਕੋਰਸ ਅਸੀਂ ਮਾਰਕ ਕੀਤਾ ਹੋਇਆ ਸੋਸ਼ਲ ਡਿਸਟੈਂਸਿੰਗ ਲਈ। ਸ਼ਾਮ ਨੂੰ ਜਦੋਂ ਦੀਵਾਨ ਲੱਗਦਾ ਹੈ, ਸੰਗਤ ਆਉਂਦੀ ਹੈ, ਉਹਨਾਂ ਲਈ ਸਾਰੇ ਮਾਰਕਿੰਗਸ ਹੈ ਸੋਸ਼ਲ ਡਿਸਟੈਂਸਿੰਗ ਲਈ। ਤੇ ਜੇ ਕੋਈ ਜ਼ਿਆਦਾ ਵੀ ਹੋ ਜਾਣ, ਅਸੀਂ ਬਾਹਰ ਕੁਰਸੀਆਂ ਰੱਖ ਦਈਦੀਆਂ। ਸੋ ਕੋਈ ਇੱਦਾਂ ਮਿਸ ਆਊਟ ਨਹੀਂ ਕਰਦਾ। ਜਿਨ੍ਹਾਂ ਦੇ ਅਖੰਡ ਪਾਠ ਹੈ, ਕਦੀ ਕਦੀ ਉਹਨਾਂ ਦਾ ਸੱਦਾ ਜ਼ਿਆਦਾ ਹੋ ਜਾਂਦਾ ਹੈ। ਆਲਦੋ ਰਿਸਟ੍ਰਿਕਸ਼ਨ ਹੈਗੀ ਆ 100 ਬੰਦਿਆਂ ਦੀ, ਤੇ ਹੁਣ ਲਾਸਟ ਵੀਕ ਹੀ ਨਵੀਂ ਰਿਸਟ੍ਰਿਕਸ਼ਨ ਆਈ ਆ 50 ਬੰਦਿਆਂ ਦੀ। ਅੱਛਾ। ਸੋ ਹੁਣ ਹੋਰ ਵੀ ਥੋੜੇ ਕੰਟਰੋਲ ਕਰਨੇ ਪੈਣਗੇ, ਬਟ ਮੈਨੇਜ ਕਰ ਲਈਦਾ। ਲੰਗਰ ਹਾਲ ਵਿੱਚ ਵੀ ਅਸੀਂ ਅੱਧੀਆਂ ਕੁਰਸੀਆਂ ਚੁੱਕਤੀਆਂ, ਸੋਸ਼ਲ ਡਿਸਟੈਂਸਿੰਗ ਪ੍ਰੀਜ਼ਰਵ ਕਰੀਦੀ ਹੈ, ਮਾਸਕ ਇਨਸਿਸਟ ਕਰੀਦਾ।
ਜਦੋਂ ਤੁਸੀਂ ਲੰਗਰ ਨਹੀਂ ਕਰ ਰਹੇ ਤੇ ਔਰ ਤੁਹਾਨੂੰ ਟਾਈਮ ਵੀ ਤੁਸੀਂ ਖਾ ਕੇ ਤੇ ਬਾਹਰ ਜਾਓ ਦੂਸਰੇ ਆਉਣ, ਉਹ ਵੀ ਹੁਣ ਟਾਈਮ ਰਿਸਟ੍ਰਿਕਟ ਕਰ ਦਿੱਤਾ ਹੈਗਾ। ਸੋ ਇੱਦਾਂ ਦੇ ਕੰਟਰੋਲ ਮੈਜਰਸ ਅਸੀਂ ਕੀਤੇ। ਖੁਦ ਤੁਸੀਂ ਲੰਗਰ ਨਹੀਂ ਲੈ ਸਕਦੇ, ਉਹ ਸਰਵ ਕਰਦੇ ਸਾਡੇ ਸਟਾਫ, ਸੋ ਦੈਟ ਕੋਈ ਕੰਟੈਮੀਨੇਸ਼ਨ ਦੀ ਕੋਈ ਗੱਲ ਨਾ ਹੋਏ। ਇੱਦਾਂ ਦੇ ਮੈਜਰਸ ਰੱਖੇ ਹੋਏ। ਸੋ ਅਸੀਂ ਟਾਈਮਿੰਗਸ ਵੀ ਚੇਂਜ ਕਰਦੇ। ਹੁਣ ਅਸੀਂ 24 ਆਵਰਸ ਜਿੱਦਾਂ ਪਹਿਲਾਂ ਲੰਗਰ ਹੁੰਦਾ ਸੀ, ਉਹ ਅਸੀਂ ਅਨਫੋਰਚੂਨੇਟਲੀ ਹੁਣ ਥੋੜਾ ਚੇਂਜ ਕਰਨਾ ਪਿਆ। ਅਸੀਂ ਥੋੜੇ ਟਾਈਮਿੰਗਸ ਰੱਖ ਦਿੱਤੇ। ਬ੍ਰੇਕਫਾਸਟ ਅਸੀਂ ਕਰਦਾ 7 till 9:30, ਫਿਰ ਬੰਦ ਕਰ ਦਿੱਤਾ ਲੰਗਰ ਹਾਲ। ਫਿਰ 12 ਵਜੇ ਖੋਲੀ ਦਾ 2:30 ਵਜੇ ਤਾਈਂ, ਫਿਰ 4 ਵਜੇ 5:30 ਤਾਈਂ, ਫਿਰ ਸ਼ਾਮ ਨੂੰ 8 ਵਜੇ ਖੋਲ ਕੇ 9:30 ਵਜੇ ਬੰਦ ਕਰ ਦਿੱਤਾ। ਇਨ ਬਿਟਵੀਨ ਪ੍ਰੋਪਰ ਸੈਨੀਟਾਈਜੇਸ਼ਨ ਹੁੰਦੀ ਹੈ, ਹਾਈਜੀਨ ਦੇ ਸਾਰੇ ਹੁੰਦੇ ਆ। ਤੇ ਜੇ ਕੋਈ ਆਪਣਾ ਬੰਦਾ ਆ ਵੀ ਜਾਏ ਇਨ ਬਿਟਵੀਨ, ਅਸੀਂ ਬਾਹਰ ਪਿੱਛੇ ਇੱਕ ਟੇਬਲ ਲਗਾਇਆ ਹੋਇਆ, ਉੱਥੇ ਸੈਨੀਟਾਈਜ਼ ਕਰਕੇ ਉਹਨਾਂ ਨੂੰ ਉੱਥੇ ਲੰਗਰ ਦੇ ਦਿੱਤਾ। ਆਲਦੋ ਲੰਗਰ ਜਿਹੜਾ ਹੈਗਾ ਉਹ ਸਟੈਂਡਰਡ ਦਾ ਨਹੀਂ ਹੁੰਦਾ ਜਿਹੜਾ ਕਿਚਨ ਦੇ ਅੰਦਰੋਂ ਡਾਇਰੈਕਟ ਡਾਈਨਿੰਗ ਰੂਮ ਵਿੱਚ ਜਾਂਦਾ ਹੈ। ਬਿਲਕੁਲ। ਜਗੀਰ ਜੀ, ਤੁਸੀਂ ਬਾਕੀ ਆਪਣੇ ਮਕਿੰਦੋ ਗੁਰੂ ਘਰ ਦੇ ਨਾਲ ਉਹਦੇ ਬਿਲਕੁਲ ਸਾਹਮਣੇ ਸੜਕ ਦੇ ਦੂਸਰੇ ਪਾਸੇ ਇੱਕ ਹਸਪੀਟਲ ਵੀ ਰਨ ਕਰਦੇ, ਉਹਦਾ ਥੋੜਾ ਦੱਸੋਗੇ, ਉਹਦਾ ਵੀ ਕੀ ਹਿਸਾਬ ਹੈਗਾ ਉਹਦਾ? ਹਾਂਜੀ, ਆ ਜਿਹੜਾ ਹਸਪੀਟਲ ਨਾ ਉਹ ਏਰੀਆ ਐਕਚੁਅਲੀ ਕਾਫੀ ਗਰੀਬ ਏਰੀਆ। ਜਦੋਂ ਅਸੀਂ ਹਸਪੀਟਲ ਬਣਿਆ ਸੀ 1898 ਵਿੱਚ, ਉਹ ਏਰੀਆ 'ਚ ਐਕਚੁਅਲੀ ਕੋਈ ਪਬਲਿਕ ਘੱਟ ਹੀ ਹੁੰਦੀ ਸੀ। ਇਨਫੈਕਟ ਜਿਹੜੀ ਉੱਥੇ ਦੀ ਪਬਲਿਕ ਹੈ ਉਹ ਤਾਂ ਮਕਿੰਡੂ ਗੁਰਦੁਆਰੇ ਨੂੰ ਇੰਨਾ ਰਿਸਪੈਕਟ ਦਿੰਦੇ ਆ ਬਿਕੋਜ਼ ਉਹਨਾਂ ਦੇ ਹਿਸਾਬ ਨਾਲ ਉਹ ਟਾਊਨ ਹੈਗਾ, ਬਿਕੋਜ਼ ਗੁਰਦੁਆਰਾ ਉੱਤੇ ਸੀ। ਗੁਰਦੁਆਰਾ ਇਜ਼ ਦਾ ਲਾਰਜੈਸਟ ਇੰਪਲੋਇਰ। ਸੋ ਅਸੀਂ ਹਸਪੀਟਲ ਵਿੱਚ ਲੋਕਲ ਸਰਵਿਸਿਜ਼ ਦੇ ਦੀਆਂ। ਸਬਸਿਡਾਈਜ਼ ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਲਈ ਫ੍ਰੀ ਵੀ ਹੈਗਾ ਹੈ। ਉੱਥੇ ਨਰੋਬੀ ਤੋਂ ਆਲ ਓਵਰ ਕੀਨੀਆ ਕਮਿਊਨਿਟੀ ਸਾਡੀ ਆਉਂਦੀ ਹੈ, ਉੱਥੇ ਫ੍ਰੀ ਮੈਡੀਕਲ ਕੈਂਪਸ ਵੀ ਲਾਉਂਦੇ। 2-2 ਹਜ਼ਾਰ ਬੰਦਾ ਆਉਂਦਾ, ਫ੍ਰੀ ਮੈਡੀਕਲ ਟ੍ਰੀਟਮੈਂਟ ਹੁੰਦੀ ਹੈ। ਸੋ ਬੇਸਿਕਲੀ ਉਹ ਕੰਮ ਹਸਪੀਟਲ ਸਾਡੇ ਗੁਰਦੁਆਰੇ ਲਈ ਆਈ ਥਿੰਕ ਇਟ ਇਜ਼ ਇਨ ਜਿਹਨੂੰ ਕਹਿੰਦੇ ਸ਼ਾਨ ਹੈ ਸਾਡੀ, ਕਿ ਰਿਸਪੈਕਟ ਮਿਲਦੀ ਹੈ ਕਿ ਕਲਾ ਸਿੰਘਾਂ ਜਿਹੜੇ ਹੈਗੇ ਆ ਸਾਡੇ ਲੋਕਲ ਬੰਦਿਆਂ ਨੂੰ ਹੈਲਪ ਕਰ ਰਿਹਾ। ਹੁਣ ਅਸੀਂ ਨੈਕਸਟ ਫੇਜ਼ ਜਾ ਰਹੇ ਸੀ, ਉਹ ਹਸਪੀਟਲ ਨੂੰ ਲੈਵਲ 4 ਹਸਪੀਟਲ ਕਰਨਾ। ਉਹ ਕੁਝ 300-400 ਮਿਲੀਅਨ ਸ਼ਿਲਿੰਗ ਦਾ ਪ੍ਰੋਜੈਕਟ। ਸੋ ਉਹਨੂੰ ਅਸੀਂ ਹੁਣ ਐਕਸਪੈਂਡਡ ਹਸਪੀਟਲ ਜਿਹਦੇ ਅਬਾਊਟ 150 ਬੈਡਸ ਹੋਣਗੇ, ਤੁਹਾਡੇ ਸਪੈਸ਼ਲਾਈਜ਼ ਸਰਵਿਸਿਜ਼ ਅਸੀਂ ਵਧਾ ਰਹੇ ਹਾਂ। ਤੇ ਅਸੀਂ ਉਹ ਪ੍ਰੋਜੈਕਟ ਹੁਣ ਨੈਕਸਟ ਈਅਰ ਜਨਵਰੀ ਤੋਂ ਇੰਪਾਰਟ ਕਰ ਰਹੇ ਹਾਂ। ਬਹੁਤ ਅੱਛੇ ਭਾਜੀ। ਦੂਸਰੀ ਗੱਲ ਮੈਂ ਆਪਣੀ ਸੰਗਤ ਨੂੰ ਦੱਸ ਦਵਾਂ, ਅਗਰ ਤੁਸੀਂ ਕੀਨੀਆ ਜਾਓ, ਮੈਂ ਪਹਿਲਾਂ ਦੱਸ ਕੇ ਹਟਿਆ, ਤੁਸੀਂ ਸਾਨੂੰ ਕੰਟੈਕਟ ਕਰਿਓ। ਜਾਂ ਤੁਸੀਂ ਕਿਸੇ ਗੁਰੂ ਘਰ ਨਰੋਬੀ ਸਿਟੀ ਦੇ ਵਿੱਚ ਕਿਸੇ ਗੁਰੂ ਘਰ ਨੂੰ ਤੁਸੀਂ ਰਿਕੁਐਸਟ ਕਰੋਗੇ, ਉਹ ਬੜੇ ਅੱਛੇ ਸਰਦਾਰ, ਆਪਣੀ ਇੰਨੀ ਹਸਪਿਟੈਲਿਟੀ ਉਹਨਾਂ ਦੀ ਕਿ ਤੁਹਾਨੂੰ ਇੰਤਜ਼ਾਮ ਕਰਨਗੇ ਆਪਣਾ ਮਕਿੰਡੋ ਜਾਣ ਦਾ। ਅਪਰੋਕਸੀਮੇਟਲੀ 100 ਮਾਈਲ ਦੂਰ ਹੈਗਾ ਐਂਡ ਬੜਾ ਸੇਫ ਹੈਗਾ ਟਰੈਵਲ ਕਰਨਾ। ਤੁਹਾਨੂੰ ਉੱਥੇ ਬਿਲਕੁਲ ਇੰਤਜ਼ਾਮ ਕਰਨਗੇ ਤੇ ਬੜੇ ਹੈਲਪਫੁਲ ਹੈਗੇ ਨੇ। ਕਿਸੇ ਗੁਰੂ ਘਰ ਕੇ ਤੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਮਕਿੰਡੋ ਦਾ ਜ਼ਰੂਰ ਦਰਸ਼ਨ ਕਰਨੇ ਨੇ। ਜਗੀਰ ਜੀ, ਜਦੋਂ ਮੈਂ ਲਾਸਟ ਟਾਈਮ ਆਇਆ ਸੀ, ਆਪਣੀ ਜਿਹੜੀ ਕੰਪਾਊਂਡ ਹੈਗੀ ਹੈ, ਇੱਕ ਬੜਾ ਬਿਊਟੀਫੁਲ ਤੁਸੀਂ ਗਾਰਡਨ ਮੇਨਟੇਨ ਕੀਤਾ, ਉਹਦੇ 'ਚ ਮੋਰ ਵਗੈਰਾ ਸੀਗੇ। ਇੰਡੀਆ ਤੋਂ ਲੈ ਕੇ ਹੁਣ ਮੋਰ ਹੈਗੇ ਨੇ ਉਹਦੇ ਵਿੱਚ? ਹਾਂਜੀ, ਇਸ ਵੇਲੇ ਵੀ ਸਾਡੇ ਪਾਸ 5 ਮੋਰ ਹੈਗੇ ਆ। ਹਾਂ। ਤੇ ਉਹ ਫ੍ਰੀ ਉੱਥੇ ਘੁੰਮਦੇ ਆ। ਸ਼ਾਮੀ ਅਸੀਂ ਉਹਨਾਂ ਨੂੰ ਪੈਨ 'ਚ ਬੰਦ ਵੀ ਕਰ ਦਿੱਤਾ ਫॉर देयर ਸੇਫਟੀ। ਨਹੀਂ ਤੇ ਉੱਥੇ ਫ੍ਰੀ ਘੁੰਮਦੇ ਆ ਮੋਰ। ਮਤਲਬ ਜਿਹੜੇ ਇਸ ਵੇਲੇ ਸਾਡੇ ਮੋਰ ਆ ਉੱਥੇ ਹੀ ਜੰਮੇ ਪਲੇ ਐਕਚੁਅਲੀ। ਬਿਲਕੁਲ। ਜਗੀਰ ਜੀ, ਇੱਕ ਬੜਾ ਵੱਡਾ ਕੰਪਾਊਂਡ ਹੈ, ਕਿੰਨਾ ਏਰੀਆ ਹੋਗਾ ਜਿਹਦੇ ਵਿੱਚ ਤੁਸੀਂ ਉਹਦੀ ਦੀਵਾਰ ਬਣਾਈ ਆਲੇ ਦੁਆਲੇ, ਜਿਹਦੇ ਵਿੱਚ ਗੁਰੂ ਘਰ ਹੈ ਤੇ ਰੂਮ ਵਗੈਰਾ ਹੈਗੇ? ਕਿੰਨੀ ਵੱਡੀ ਜਗ੍ਹਾ ਹੈਗੀ ਹੈ ਸਾਡੇ ਰਫਲੀ? ਪਾਸ ਜਿੱਥੇ ਗੁਰਦੁਆਰਾ ਬਣਿਆ ਹੈ ਉੱਥੇ ਸਾਡੇ ਪਾਸ 8 ਏਕੜ ਹੈਗੀ ਜ਼ਮੀਨ। ਹਾਂ। ਉਹਦੇ ਸਾਹਮਣੇ ਜਿੱਥੇ ਹਸਪੀਟਲ ਬਣਿਆ ਹੋਇਆ ਹੈ ਉੱਥੇ 5 ਏਕੜ ਜ਼ਮੀਨ ਹੈ। ਅਸੀਂ ਹਸਪੀਟਲ ਇਤਨਾ ਅਬਾਊਟ 1 ਏਕੜ ਇੱਕ ਪਾਸੇ ਅਸੀਂ ਕਾਰਡਨ ਆਫ ਕਰਕੇ ਨਾ ਅਸੀਂ ਉੱਥੇ ਗਾਈਆਂ ਰੱਖੀ ਹੋਈ ਹੈ। ਉਹ ਗਾਈਆਂ ਨਾਲ ਸਾਨੂੰ ਮਿਲਕ ਗੁਰਦੁਆਰੇ ਲਈ ਸੈਲਫ ਸਫੀਸ਼ੀਐਂਟ ਅਸੀਂ ਹੋ ਗਏ ਮਿਲਕ ਵਿੱਚ। ਬਿਲਕੁਲ, ਬਹੁਤ ਅੱਛੇ ਭਾਜੀ। ਤੁਸੀਂ ਹੁਣ ਤੁਹਾਨੂੰ ਸਭ ਦੁਨੀਆ ਦੇ ਵਿੱਚ ਤਕਰੀਬਨ 157 ਕੰਟਰੀਜ਼ 'ਚ ਇਹ ਪ੍ਰੋਗਰਾਮ ਦੇਖਿਆ ਜਾ ਰਿਹਾ ਹੈ ਤੇ ਤੁਸੀਂ ਆਪਣੀ ਕੀਨੀਆ ਸਿੱਖ ਕਮਿਊਨਿਟੀ, ਆਪਣਾ ਮਕਿੰਡੋ ਗੁਰੂ ਘਰ ਵੱਲੋਂ ਤੁਸੀਂ ਚੇਅਰਮੈਨ ਹੈਗੇ ਹੋ। ਮੈਂ ਚਾਹਾਂਗਾ ਖੁੱਲ੍ਹ ਕੇ ਤੁਹਾਡੇ ਪਾਸ ਟਾਈਮ ਹੈ, ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਕਿਸ ਤਰ੍ਹਾਂ ਦਾ ਵੀ ਮੈਸੇਜ ਤੁਸੀਂ ਦੇ ਸਕਦੇ ਹੋ? ਭਾਜੀ, ਜਿਹੜਾ ਮੈਂ ਮੈਸੇਜ ਨੂੰ ਦੇਣਾ, ਪਹਿਲਾਂ ਤਾਂ ਮੈਂ ਸਿੱਖਾਂ ਨੂੰ, ਸਾਰੇ ਦੁਨੀਆ ਦੇ ਸਿੱਖਾਂ ਨੂੰ ਬਹੁਤ ਬਹੁਤ ਵਧਾਈ ਦੇ ਰਿਹਾ। ਬਿਲਕੁਲ। ਜਿਹੜੀ ਅਸੀਂ ਕੋਵਿਡ ਦੇ ਟਾਈਮ, ਇਨਫੈਕਟ ਸਿਰਫ ਕੋਵਿਡ ਦੇ ਟਾਈਮ ਤੇ ਨਹੀਂ, ਹਮੇਸ਼ਾ ਸਿੱਖ ਦੁਨੀਆ ਨਾਲ ਖੜੇ ਹੈ।
किते पचाल आया, किते कोविड हो गया, किते कोई और प्रॉब्लम हो गई, सारी दुनिया के सिख अपनी कंट्री च दुनिया पब्लिक की सेवा की है, लंगर चकाया, किसी ਨੂੰ ਲੋੜ ਹੈ ਉਹਨੂੰ ਹੈਲਪ ਕੀਤੀ, ਕਈ ਬੰਦਿਆਂ ਨੂੰ ਆਪਣੇ ਗੁਰਦੁਆਰਿਆਂ 'ਚ ਰੱਖਿਆ, ਕਈਆਂ ਨੇ ਆਪਣੇ ਘਰਾਂ 'ਚ ਰੱਖਿਆ। ਇਹ ਸਾਡੇ ਸਿੱਖ ਕੌਮ ਦੀ ਜਿਹਨੂੰ ਕਹਿੰਦੇ ਕਹਿੰਦੇ ਵਡਾਈ ਹੈ ਸਾਡੇ ਸਿੱਖ ਕੌਮ ਦੀ। ਸਿੱਖ ਜਿਹੜੇ ਸਾਡੇ ਗੁਰੂ ਨਾਨਕ ਦੇਵ ਜੀ ਦੇ, ਗੁਰੂ ਗੋਬਿੰਦ ਸਿੰਘ ਜੀ ਦੇ, ਸਾਡੇ ਸਾਰੇ ਸਿੱਖ ਹੈਗੇ ਆ, ਇਹਨਾਂ ਨੇ ਆਈ ਥਿੰਕ ਵੀ ਸ਼ੁਡ ਬੀ ਵੈਰੀ ਪ੍ਰਾਊਡ ਆਫ ਦੈਟ। ਦੁਨੀਆ ਵਿੱਚ ਵੀ ਹੈਵ ਬਿਕਮ ਵੈਰੀ पॉपुलर बिकॉज ऑफ दीज एक्टिविटीज़। तो सारे सिखा मैं शुकराना करना चाहवागा एंड कोई ऐदा ना भूले कि सारी दुनिया के सिख देख रहे हैं, वो वर्ल्ड मीडिया ते टीवी ते व्हाट्सएप ग्रुप से सारे जो सेवा की गई है वो सर्कुलेट हुई है। सो जड़े साढ़े नॉन सिख सी वो भी देखते हैं कि सिख कौम दुनिया की कर रही है। आई थिंक वी शुड बी वेरी प्राउड। आई वुड लाइक टू थैंक ऑल द सिख्स ऑल ओवर द वर्ल्ड for this seva they are doing. Keep it up. कदी कदी तुसी देखो अक्खां च आंसू आ जांदे कि बंदे कड़ी दिल नाल कड़ी शरधा नाल ਇਹ सेवा कर रहे हैं। ਭਾਜੀ So ਬਿਲਕੁਲ ਤੁਸੀਂ ਜਿੱਦਾਂ ਗੱਲ ਕਰਦੇ ਹੋ ਹੁਣ ਜੇ ਮੈਂ ਮਕਿੰਡੂ ਗੁਰਦੁਆਰੇ ਦੀ ਗੱਲ ਕਰਾਂ, ਮੈਂ ਵੀ ਬੜਾ ਸੈਂਟੀਮੈਂਟਲ ਹਾਂ ਬਿਕੋਜ਼ ਮੇਰੀ ਯਾਦਦਾਸ਼ਤ ਉੱਤੇ ਹੈਗੀ ਆ। ਮੇਰੇ ਫਾਦਰ ਹੁਣੀ ਉੱਥੇ ਸਟੇਸ਼ਨ ਸੀਗਾ ਜਦੋਂ ਰੇਲਵੇ 'ਚ ਕੰਮ ਕਰਦੇ ਸੀ। ਇਨਫੈਕਟ ਮੇਰੇ ਵੱਡੇ ਬ੍ਰਦਰ ਦਾ ਇੱਕ ਜੋ ਹੁਣ ਦੁਨੀਆ 'ਚ ਨਹੀਂ ਵਿਚਾਰਾ, ਦੋਨੋਂ ਜਾਣੇ ਨਾ ਤੇ ਮੇਰੇ ਬਾਪ ਨਾ ਮੇਰਾ ਬ੍ਰਦਰ, ਉਹਦਾ ਉੱਥੇ ਦਾ ਜਨਮ ਆ ਮਕਿੰਡੋ ਦਾ। ਅਤੇ ਮੈਨੂੰ ਤਾਂ ਉਹਦੇ ਮੇਰੇ ਦਿਲ ਦੇ ਬਹੁਤ ਕਰੀਬ ਹੈ ਜਗ੍ਹਾ ਹੈ। ਔਰ ਮੈਂ ਵੀ ਬੜਾ ਸੈਂਟੀਮੈਂਟਲ ਹੋ ਜਾਂਦਾ ਇੱਦਾਂ ਦਾ ਪ੍ਰੋਗਰਾਮ ਕਰਕੇ। ਜਦੋਂ ਮੈਂ ਮਕਿੰਡੋ ਦੀ ਗੱਲ ਕਰਾਂ ਮੈਨੂੰ ਇੱਦਾਂ ਦਿਖਾਈ ਦਿੰਦੇ ਨੇ ਕਿ ਜਿੱਦਾਂ ਮੇਰੇ ਬਾਪ ਦੀ ਅਤੇ ਮੇਰੇ ਭਰਾ ਦੀ ਉੱਥੇ ਰੂਹ ਹੈਗੀ ਹੈ, ਉਹ ਦੇਖਦੇ ਨੇ ਸਭ ਕੁਛ। ਬਿਲਕੁਲ ਬਿਲकुल ਐਂਡ ਦੇਖੋ ਸਾਡੀ ਜਿਹੜੀ ਸੰਗਤ ਮਕਿੰਡੂ ਦੀ ਵੀ ਹੈ, ਸਿੱਖ ਤਾਂ ਸਾਡੇ ਗੁਰਦੁਆਰੇ ਜਿਹੜੇ ਰਹਿੰਦੇ ਆ ਉਹੀ ਹੈਗੇ, ਕਿਉਂਕਿ ਆਸ-ਪਾਸ ਕੋਈ ਸਿੱਖ ਸੰਗਤ ਨਹੀਂ ਹੈਗੀ। ਇੱਕ ਸਰਦਾਰ ਹੈਗਾ ਮੈਨੂੰ ਲੱਗਦਾ ਸਾਰੇ ਮਕਿੰਡੂ ਸ਼ਹਿਰ 'ਚ, ਬਟ ਅਸੀਂ ਕਮਿਊਨਿਟੀ ਨਾਲ ਇੱਦਾਂ ਜੁੜੇ ਹੋਏ ਆ, ਜਦੋਂ ਵੀ ਉਹਨਾਂ ਨੂੰ ਲੋੜ ਪਈ ਹੈ, ਕਿਉਂਕਿ ਕਦੀ ਫੈਮਿਨ ਆ ਗਿਆ, ਕਦੀ ਕੀ ਆ ਗਿਆ, ਗੁਰਦੁਆਰਾ ਹਮੇਸ਼ਾ ਉਹਨਾਂ ਨਾਲ ਖੜਾ ਰਿਹਾ। ਔਰ ਗੁਰਦੁਆਰੇ ਨੂੰ ਸਪੋਰਟ ਹੈ ਸਾਰੀ ਸਿੱਖ ਕਮਿਊਨਿਟੀ ਕੀਨੀਆ ਦੀ। ਸਾਨੂੰ ਕੁਝ ਵੀ ਚਾਹੀਦਾ ਅਸੀਂ ਦੂਸਰੇ ਗੁਰਦੁਆਰੇ ਨੂੰ ਕਹਿੰਦੇ ਆ ਇੱਥੇ ਆਪਾਂ ਸੇਵਾ ਕਰ ਰਹੇ ਹਾਂ, ਜਿੱਦਾਂ ਕੋਈ ਫੂਡ ਡੋਨੇਸ਼ਨ ਕਰਨੀ ਹੈ, ਰਾਸ਼ਨ ਨਰੋਬੀ ਤੋਂ ਆ ਜਾਂਦਾ ਹੈ, ਸਾਡੇ ਯੂਥ ਐਸੋਸੀਏਸ਼ਨ ਨਰੋਬੀ ਦੀਆਂ ਭੇਜ ਦਿੰਦੇ ਆ, ਉੱਥੇ ਪੈਕਟ ਤੇ ਪੈਕਟ ਖਾਣੇ ਦੇ ਉਹ ਉੱਥੇ ਡਿਸਟਰੀਬਿਊਟ ਹੁੰਦੇ ਆ। ਸੋ ਉਹਨਾਂ ਨੂੰ ਵੀ ਪਤਾ ਕਿ ਸਿੱਖ ਕਮਿਊਨਿਟੀ ਜਿਹੜੀ ਹੈਗੀ ਆ ਇਹ ਸਾਡੇ ਨਾਲ ਖੜੇ, ਤਕਲੀਫ ਵਿੱਚ ਹਮੇਸ਼ਾ ਸਾਡੇ ਪਾਸ ਆਉਂਦੇ ਅਸੀਂ ਇਹਨਾਂ ਦੀ ਹੈਲਪ ਜ਼ਰੂਰ ਕਰੀਦੀ। ਜਗੀ ਜੀ ਇੱਕ ਹੋਰ ਦੇਖਿਆ ਗਿਆ ਕੀਨੀਆ ਦੇ ਵਿੱਚ ਜਿਹੜੇ ਨੌਨ ਸਿੱਖ ਹੈਗੇ ਉਹ ਵੀ ਬੜਾ ਰਾਸ਼ਨ ਦਿੰਦੇ ਨੇ, ਸਪੈਸ਼ਲੀ ਮਕਿੰਡੂ ਗੁਰਦੁਆਰੇ ਨੂੰ। ਹਾਂਜੀ ਦੇਖੋ ਜੀ ਮਕਿੰਡੂ ਗੁਰਦੁਆਰੇ ਦੀ ਨਾ ਜੋ ਕਹਿੰਦੇ ਨਾ ਕਿ ਸ਼ਰਧਾ ਹੈ ਨਾਨ ਸਿੱਖ ਵਿੱਚ ਵੀ, ਇਨਫੈਕਟ ਨਾਨ ਸਿੱਖ ਕਾਫੀ ਦਾਨੀ ਹੈਗੇ, ਤੁਸੀਂ ਸਰਪ੍ਰਾਈਜ਼ ਹੋਵੋਗੇ। ਸਾਨੂੰ ਤਾਂ ਪਤਾ ਨਹੀਂ ਲੱਗਦਾ ਕਿਉਂਕਿ ਬਹੁਤ ਬੰਦੇ ਜਦੋਂ ਦਾਨ ਕਰਦੇ ਗੁਪਤ ਦਿੰਦੇ ਆ, ਪਰ ਤੁਹਾਨੂੰ ਤੁਸੀਂ ਉੱਥੇ ਖੜ ਜਾਓ ਆਫਿਸ ਵਿੱਚ, ਤੁਸੀਂ ਦੇਖੋ ਕਿੰਨੇ ਨਾਨ ਸਿੱਖ ਆ ਕੇ ਦਾਨ ਕਰਦੇ ਆ, ਰਾਸ਼ਨ ਲੈ ਕੇ ਆਉਂਦੇ ਆ, ਪੈਸੇ ਦਿੰਦੇ ਆ। ਗੁਰਦੁਆਰੇ ਕੋਈ ਚੀਜ਼ ਖਰਾਬ ਹੋ ਜਾਓ ਤੁਹਾਨੂੰ ਕਹਿਣਗੇ ਪਲੀਜ਼ ਸਾਨੂੰ ਸੇਵਾ ਦੇਵੋ, ਗੱਡੀ ਦੀ ਕੋਈ ਸਰਵਿਸ ਕਰਨੀ ਹੈ ਤਾਂ ਬੰਦੇ ਅੱਗੇ ਖੜੇ। ਸੋ ਨਾਨ ਸਿੱਖਸ ਦੀ ਵੀ ਉੱਥੇ ਬਹੁਤ ਕੰਟਰੀਬਿਊਸ਼ਨ ਹੈਗੀ ਹੈ, ਵੈਰੀ ਗ੍ਰੇਟਫੁਲ ਟੂ ਦੇਮ। ਜਗ੍ਹਾ ਜੀ ਮੈਂ ਉਹ ਕਾਨਪਾਟ ਵੀ ਕਰਾਉਂਦੇ ਹੁੰਦੇ ਨੇ, ਇਹ ਨਹੀਂ ਹੈ ਕਿ ਕਾਨਪਾਟ ਸਿਰਫ ਸਿੱਖਸ ਕਰਾਉਂਦੇ, ਨਾਨ ਸਿੱਖਸ ਵੀ ਕਾਨਪਾਟ ਕਰਾਉਂਦੇ ਹੁੰਦੇ ਬਿਲਕੁਲ। ਔਰ ਜਗ੍ਹਾ ਪ੍ਰੋਪਰ ਆ ਜੀ ਕੇ ਸ਼ਰਧਾ ਨਾਲ ਕਰਦੇ ਆ। ਪਹਿਲੇ ਤਾਂ ਮੈਂ ਤੁਹਾਨੂੰ ਦੱਸਾਂ ਜਿੰਨੇ ਵੀ ਸਿੱਖ ਕਮਿਊਨਿਟੀ ਵਰਲਡ ਵਾਈਡ ਤੁਹਾਨੂੰ ਬਹੁਤ ਬਹੁਤ ਐਪਰੀਸ਼ੀਏਟ ਕਰਦੇ ਹੋਣਗੇ ਕਿ ਤੁਸੀਂ ਪੰਜਾਬ ਤੋਂ ਬਾਹਰ ਇੱਕ ਗੁਰੂ ਘਰ ਇਸ ਤਰ੍ਹਾਂ ਬਣਾਇਆ ਕਿ ਜਿਹੜਾ ਸਾਰੇ ਦੁਨੀਆ 'ਚ ਫੇਮਸ ਹੈ। ਬਾਕੀ ਜਿਹੜੇ ਉਸ ਕੰਟਰੀਆਂ ਤੋਂ ਛੱਡ ਕੇ ਗਏ ਸੀ 70 ਦੇ ਵਿੱਚ, ਅਰਲੀ 70 ਜਾਂ ਲੇਟ 70 ਦੇ ਵਿੱਚ, ਬੇਸ਼ੱਕ ਜਗ੍ਹਾ ਉਹ ਕਿਤੇ ਵੀ ਜਾ ਕੇ ਦੁਨੀਆ 'ਚ ਵੱਸ ਗਏ ਨਾ, ਉਹ ਹਰ ਬੰਦੇ ਦੀ ਰੂਹ ਉਹ ਕੀਨੀਆ ਦੇ ਵਿੱਚ ਹੈ, ਨਰੋਬੀ ਵਿੱਚ, ਮਕਿੰਡੋ ਦੇ ਵਿੱਚ, ਕਿਉਂਕਿ ਹਰ ਇਨਸਾਨ ਦੀ, ਹਰ ਸਿੱਖ ਦੀ ਉਹਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਦਿਲ ਦੇ ਕਰੀਬ ਹੈ। ਇਹ ਦੋ ਜਗ੍ਹਾ ਨਰੋਬੀ ਅਤੇ ਕੀਨੀਆ ਜਾਂ ਮਕਿੰਡੋ ਦੀ ਤੁਸੀਂ ਗੱਲ ਕਰ ਲਵੋ। ਬਾਕੀ ਈਸਟ ਅਫਰੀਕਾ ਦੀ ਗੱਲ ਕਰੋ, ਯੁਗੰਡਾ, ਟੰਜ਼ਾਨੀਆ ਦੇ ਵਿੱਚੋਂ ਵੀ ਲੋਕ ਬਾਹਰ ਆ ਗਏ ਨੇ, ਲੇਕਿਨ ਬਹੁਤ ਬਹੁਤ ਮਿਸ ਕਰਦੇ ਨੇ ਕੰਟਰੀ ਨੂੰ। ਬਿਲਕੁਲ ਕਰਦੇ ਆ ਬਿਕੋਜ਼ ਉਹਨਾਂ ਨੂੰ ਹਿਸਟਰੀ ਪਤਾ। ਮਕਿੰਡੂ ਵਿੱਚ ਐਕਚੁਅਲੀ ਕਈ ਬੰਦਿਆਂ ਲਈ ਉਹਨਾਂ ਦੀ ਮਿਰੇਕਲਸ ਹੋ ਚੁੱਕੇ ਆ, ਬੰਦਿਆਂ ਨੇ ਪਰਸਨਲੀ ਐਕਸਪੀਰੀਅੰਸ ਕੀਤੇ ਆ। ਸੋ ਜਿਨ੍ਹਾਂ ਨੇ ਐਕਸਪੀਰੀਅੰਸ ਕੀਤੇ ਆ ਉਹ ਤਾਂ ਭੁੱਲਣਗੇ ਨਹੀਂ।
ਔਰ ਹੁਣ ਵੀ ਅੱਜ ਤਾਈਂ ਮੈਂ ਪਰਸਨਲ ਐਕਸਪੀਰੀਐਂਸਿਸ ਮੈਂ ਬੜੇ ਐਕਸਪੀਰੀਐਂਸ ਕੀਤੇ ਹੁਣ ਠੀਕ ਹੈ ਦਿਸ ਇਜ਼ ਨਾਟ ਦ ਟਾਈਮ ਟੂ ਸ਼ੇਅਰ them ਬਟ ਮਕਿੰਡੂ ਜਿਹੜੇ ਮਾਲਿਕ ਦੇ ਚਮਤਕਾਰ ਹੁੰਦੇ ਆ ਨਾ ਦੇ ਆਰ ਮੈਨੀ ਹੁਣ ਮੈਂ ਤੁਹਾਨੂੰ ਫੋਟੋ ਭੇਜੀ ਸੀ ਮਨਾਂ ਦਾ ਕੱਲ ਜਿਹੜੀ ਸਾਡੀ ਉੱਥੇ ਵਾਟਰਫਾਲ ਬਣੀ ਹੋਈ ਹੈ ਬਿਲਕੁਲ ਉਹਦੇ 'ਚ ਇੱਕ ਪੋਰਟਰੇਟ ਬਣੀ ਹੋਈ ਹੈ ਜੇ ਤੁਸੀਂ ਉਹ ਪੋਰਟਰੇਟ ਦੇਖੋ ਨਾ ਉਹ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਾਂਗੂ ਹੈ ਠੀਕ ਹੈ, ਮੈਨੂੰ ਔਰ ਪਤਾ ਉਹ ਦੇਖੀ ਸੀ। ਪੋਰਟਰੇਟ ਉਹ ਕਿਸੇ ਨੇ ਬਣਾਈ ਵੀ ਨਹੀਂ ਉਹ ਆਪੇ ਹੀ ਬਣ ਗਿਆ ਇਹ ਵੀ ਇੱਕ ਮਿਰੇਕਲ ਹੈ ਆਪੇ ਹੀ ਬਣ ਗਿਆ ਕੀ ਬਾਤ ਹੈ, ਉਹ ਕੀ ਬਾਤ। ਵਾਟਰਫਾਲ ਹੈਗੀ ਹੈ 10 ਸਾਲ ਪੁਰਾਣੀ ਤੇ ਪਹਿਲਾਂ ਜਦੋਂ ਸੀਗਾ ਇਟ ਵਾਸ ਵਨ ਫਲੈਟ ਸਟੋਨ ਹੀ ਸੀਗਾ ਹੌਲੀ ਹੌਲੀ ਉੱਤੇ ਤਸਵੀਰ ਬਣਦੀ ਗਈ ਅੱਜ ਤਾਂ ਬਹੁਤ ਪ੍ਰੋਮੀਨੈਂਟ ਵੀ ਹੋ ਗਈ ਹੈ ਤਸਵੀਰ ਜਗਤ ਜੀ ਇਹ ਵੀ ਥੈਂਕ ਇੱਕ ਯੂ ਸੋ ਚਮਤਕਾਰ ਮਚ। ਹੈ। ਮੈਂ ਮਾਫੀ ਚਾਹਾਂਗਾ, ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਬੜੀ ਇੰਟਰਸਟਿੰਗ ਗੱਲਾਂ ਹੋ ਰਹੀਆਂ ਸੀ, ਮੈਨੂੰ ਵੀ ਖਰਾਬ ਲੱਗਦਾ ਕਿ ਮੈਨੂੰ ਇੰਟਰਪਟ ਕਰਨਾ ਪਿਆ, ਲੇਕਿਨ ਟਾਈਮ ਦੀ ਇਜਾਜ਼ਤ ਕਰਨੀ ਨਹੀਂ ਮਿਲਦਾ ਕਿਉਂਕਿ ਉਹਦੀ ਰਿਸਪੈਕਟ ਕਰਨੀ ਪੈਂਦੀ ਹੈ। ਜਗਤ ਜੀ ਔਨ ਬਿਹਾਫ ਆਫ ਸਾਰੀ ਸਿੱਖ ਕਮਿਊਨਿਟੀ, ਅਕਾਲ ਚੈਨਲ ਦੀ ਟੀਮ ਵਰਲਡ ਵਾਈਡ ਤੁਹਾਡਾ ਬਹੁਤ ਸ਼ੁਕਰਾਨਾ ਕਰਦੇ ਹਾਂ ਕਿ ਤੁਸੀਂ ਪੰਜਾਬ ਤੋਂ ਬਾਹਰ ਇੱਕ ਸਿੱਖਾਂ ਦਾ ਨਾਮ ਰੌਸ਼ਨ ਕਰਦੇ ਹੋ। ਰੱਬ ਤੁਹਾਨੂੰ ਤੰਦਰੁਸਤੀ ਦੇਵੇ, ਤੁਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੋ। ਅੱਗੇ ਫਿਰ ਕਦੀ ਰੱਬ ਰੱਖੇਗਾ ਤੇ ਜ਼ਰੂਰ ਮੁਲਾਕਾਤ ਹੋਗੀ। ਤਬ ਤੱਕ ਅਸੀਂ ਫਿਰ ਤੁਹਾਡੇ ਕੋਲ ਇਜਾਜ਼ਤ ਮੰਗਦੇ ਹਾਂ। ਆਪਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇਨ ਦ ਸੈਕੰਡ ਪਾਰਟ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਆਈ ਥਿੰਕ ਯੂ ਮਿਸਡ ਅ ਲੋਟ। ਮੇਰੇ ਪਾਸ ਸਰਦਾਰ ਜਗਜੀਤ ਸਿੰਘ ਆਲੂਵਾਲੀਆ ਜੋ ਚੇਅਰਮੈਨ ਮਕਿੰਡੋ ਗੁਰਦੁਆਰੇ ਕੀਨੀਆ ਦੇ ਵਿੱਚ ਹੈ। ਬੜੀ ਅੱਛੀ ਗੱਲਬਾਤ ਕੀਤੀ ਔਰ ਗੁਰੂ ਘਰ ਦੇ ਅਸੀਂ ਫੋਟੋ ਵਗੈਰਾ ਦਿਖਾਈਆਂ, ਏਰੀਅਲ ਵਿਊ ਵੀ ਦਿਖਾਇਆ ਉਹਦਾ ਸਾਰਾ। ਬਾਕੀ ਜੋ ਅਕੋਮੋਡੇਸ਼ਨ ਉਹਦੀ ਗੱਲ ਕੀਤੀ ਸੀਗੀ, ਕੋਵਿਡ ਦੀ ਗੱਲ ਕੀਤੀ, ਬੜਾ ਅੱਛਾ ਲੱਗਿਆ। ਹੁਣ ਅਸੀਂ ਬੇਸ਼ੱਕ ਮੈਂ ਕਹਿੰਦਾ ਕਿ ਗੁਰੂ ਘਰ ਦੀ ਗੱਲ ਕਰਦੇ ਹਾਂ। ਸੈਕਿੰਡ ਪਾਰਟ ਦੇ ਵਿੱਚ ਮੇਰੇ ਨਾਲ ਇੱਕ ਹੋਰ ਗੁਰੂ ਘਰ ਜੋ ਨੈਰੋਬੀ ਦੇ ਵਿੱਚ ਵਨ ਆਫ ਦ ਬਿਗੇਸਟ ਗੁਰੂ ਘਰ ਹੈਗਾ। ਅਸੀਂ 550 ਸਾਲ ਇਹਨਾਂ ਨੇ ਸਾਨੂੰ ਐਕਸਕਲੂਸਿਵ ਅਕਾਲ ਚੈਨਲ ਨੂੰ ਇਨਵਾਈਟ ਕਰਕੇ ਅਸੀਂ ਡਾਕੂਮੈਂਟਰੀ ਬਣਾਈ ਸੀ ਇਹਦੇ ਉੱਪਰ। ਸਭ ਦੁਨੀਆ 'ਚ ਸ਼ੇਅਰ ਕੀਤਾ ਗਿਆ ਸੀ। ਬੜੇ ਲੋਕਾਂ ਨੇ ਅੱਛਾ ਉਹਦੀ ਸਾਨੂੰ ਸ਼ਾਬਾਸ਼ ਦਿੱਤੀ, ਬਹੁਤ ਲੋਕਾਂ ਨੇ ਐਪਰੀਸ਼ੀਏਟ ਕੀਤਾ। ਨਾ ਕਿ ਸਿਰਫ ਜਿਹੜੇ ਸਿੱਖ ਉੱਥੋਂ ਕੀਨੀਆ ਤੋਂ ਆਏ ਸੀਗੇ, ਬਾਕੀ ਦੁਨੀਆ 'ਚ ਵੀ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਕੁਝ ਐਜੂਕੇਸ਼ਨਲ ਦੇਖਣ ਮਿਲਿਆ ਕਿ ਆਪਣੇ ਜੋ ਸਰਦਾਰ ਇੰਡੀਆ ਤੋਂ ਬਾਹਰ ਰਣ ਕੇ ਕਿ ਕਿੰਨਾ ਅੱਛਾ ਕੰਮ ਕਰਦੇ ਨੇ, ਆਪਣੀ ਸਿੱਖੀ ਦਾ ਪ੍ਰਚਾਰ ਕਰਦੇ ਨੇ, ਗੁਰੂ ਘਰ ਵੀ ਬਣੇ ਹੋਏ ਨੇ। ਤੇ ਮੈਂ ਟਾਈਮ ਨਾ ਜ਼ਾਇਆ ਕਰਦਾ ਵਾ, ਤੁਸੀਂ ਇਹਨੂੰ ਮਿਲ ਚੁੱਕੇ, ਜਾਣੀ ਪਛਾਣੀ ਹਸਤੀ ਹਮੇਸ਼ਾ ਸਾਡੇ ਕਾਲ ਚੈਨਲ ਨੂੰ ਸਪੋਰਟ ਕਰਦੇ ਨੇ। ਸਰਦਾਰ ਮਰਮਿੰਦਰ ਸਿੰਘ ਜੰਡੂ, ਉਹਨਾਂ ਨੂੰ ਨਿਕ ਨੇਮ 'ਚ ਕਹਿੰਦੇ ਨੇ ਬੋਬੀ, ਜਨਰਲ ਸੈਕਟਰੀ ਈਸਟ ਅਫਰੀਕਾ ਰਾਮਗੜੀਆ ਬੋਰਡ ਪਗਾਨੀ ਗੁਰਦੁਆਰਾ ਨੋਬੀ ਕੀਨੀਆ ਦੇ ਵਿੱਚ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਲ ਸਿੰਘ ਜੀ, ਭਾਜੀ ਮੈਂ ਤੁਹਾਡੀ ਇੰਟਰੋਡਕਸ਼ਨ ਦੇਤੀ ਪਰ ਲੋੜ ਨਹੀਂ ਸੀਗੀ, ਮੁਤਾਜ ਨਹੀਂ ਤੁਸੀਂ ਇੰਟਰੋਡਕਸ਼ਨ ਦੇ। ਹੁਣ ਤੇ ਤੁਹਾਨੂੰ ਸਭ ਦੁਨੀਆ ਜਾਣਦੀ, ਤੁਸੀਂ ਕਾਲ ਚੈਨਲ ਨੂੰ ਹਮੇਸ਼ਾ ਸਪੋਰਟ ਕਰਦੇ ਹੋ। ਪਹਿਲੇ ਤੇ ਮੈਂ ਤੁਹਾਡਾ ਸ਼ੁਕਰਾਨਾ ਕਰਦਾ, ਤੁਸੀਂ ਟਾਈਮ ਕੱਢ ਕੇ ਸਾਡੇ ਨਾਲ ਗੱਲਬਾਤ ਕਰਨ ਆਏ, ਬਹੁਤ ਚੰਗਾ ਲੱਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਪਾਲ ਸਿੰਘ ਜੀ, ਜਿਹੜਾ ਤੁਸੀਂ ਸਾਨੂੰ ਟਾਈਮ ਤੋਂ ਟਾਈਮ ਨਾ ਸਾਨੂੰ ਮੌਕਾ ਦਿੰਦੇ ਆ ਕਿ ਅਸੀਂ ਤੁਹਾਡੇ ਨਾਲ ਸਾਡੀ ਗੱਲਬਾਤ ਸਾਂਝੀ ਕਰੀਏ ਤੇ ਹੋਰ ਆਪਣੇ ਜਿਹੜੇ ਦਰਸ਼ਕ ਹੈਗੇ ਆ ਉਹਨਾਂ ਨਾਲ ਵੀ ਆਪਣੀ ਗੱਲਬਾਤ ਸਾਂਝੀ ਕਰੀਏ ਕਿ ਇੱਕ ਕਿਸਮ ਦੀ ਰਿਪੋਰਟ ਹੈਗੀ ਹੈ ਜਿਹੜੀ ਅਸੀਂ ਦੇ ਸਕਦੇ ਕਿ ਇਸ ਨੈਰੋਬੀ ਦੇ ਵਿੱਚ ਇਸ ਵੇਲੇ ਕੰਮਕਾਜ ਕਿੱਦਾਂ ਚੱਲ ਰਿਹਾ, ਗੁਰਦੁਆਰਾ ਸਾਹਿਬ ਕਿੱਦਾਂ ਚੱਲ ਰਿਹਾ, ਹੋਰ ਵੀ ਜਿਹੜੀ ਜਨਰਲ ਗੱਲਾਂ ਹੈਗੀਆਂ ਆਪਾਂ ਕਰ ਸਕਦੇ। ਥੈਂਕ ਯੂ ਸੋ ਮਚ, ਵੀ ਆਰ ਰੀਲੀ ਨਹੀਂ ਬਹੁਤ ਗ੍ਰੇਟਫੁਲ। ਦੇਖੋ ਇਹਦੇ ਦੋ ਗੱਲਾਂ ਹੁੰਦੀਆਂ ਬੋਬੀ ਜੀ। ਇੱਕ ਤੇ ਗੱਲ ਹੁੰਦੀ ਹੈ ਜਿਹੜੇ ਉਹ ਕੰਟਰੀ ਛੱਡ ਗਏ ਉਹਨਾਂ ਦੀ ਯਾਦਦਾਸ਼ਤ ਹੈ, ਬੇਸ਼ੱਕ ਉਹ ਬਾਹਰ ਚਲੇ ਗਏ ਲੇਕਿਨ ਉਹਨਾਂ ਦੀ ਰੂਹ ਉੱਥੇ ਹੈਗੀ ਆ। ਬਾਕੀ ਜਿਹੜੀ ਸਿੱਖ ਕਮਿਊਨਿਟੀ ਵਰਲਡ ਵਾਈਡ ਰਹਿੰਦੀ ਹੈ, ਇਹ ਉਹਨਾਂ ਲਈ ਬੜਾ ਅੱਛਾ ਪਤਾ ਲੱਗਣਾ ਚਾਹੀਦਾ ਕਿ ਆਪਣੇ ਇੰਡੀਆ ਤੋਂ ਲੋਕ ਜਿਹੜੇ ਉੱਥੇ ਵਸੇ ਨੇ ਜਾਂ ਜਿਹਦਾ ਤੁਹਾਡਾ ਉੱਥੇ ਜਨਮ ਹੋਇਆ ਕਿ ਤੁਸੀਂ ਸਿੱਖੀ ਨੂੰ ਕਿੱਦਾਂ ਉੱਥੇ ਕਾਮਯਾਬ ਰੱਖਿਆ ਹੋਇਆ ਔਰ ਗੁਰੂ ਘਰ ਕਿੱਦਾਂ ਚਲਾਉਂਦੇ ਹੋ, ਇਹ ਸਾਨੂੰ ਸ਼ੇਅਰ ਕਰਨਾ ਚਾਹੀਦਾ ਸਾਰੀ ਦੁਨੀਆ ਨੂੰ, ਬੜਾ ਅੱਛਾ ਲੱਗਦਾ। ਦੇਖੋ ਇੱਥੇ ਤੁਸੀਂ ਦੇਖ ਗਏ ਔਰ ਸਾਰੀ ਦੁਨੀਆ ਵਿੱਚ ਲੋਕੀ ਜਾਣਦੇ ਆ ਕਿ ਆਪਣੇ ਸਿੱਖਾਂ ਭਰਾਵਾਂ ਦੇ ਭੈਣਾਂ ਦੇ ਵਿੱਚ ਗੁਰੂ ਘਰ ਨਾਲ ਪ੍ਰੇਮ ਬਹੁਤ ਹੈ। ਬਿਲਕੁਲ। ਤੇ ਇਹ ਥੋੜਾ ਜਿਹਾ ਹੁਣ ਇਸ ਸਾਲ ਦੇ ਵਿੱਚ ਸਿਚੁਏਸ਼ਨ ਚੇਂਜ ਹੋ ਗਈ ਕਰੋਨਾ ਵਾਇਰਸ ਕਰਕੇ, ਕੋਵਿਡ-19 ਕਰਕੇ, ਕਿ ਗਵਰਨਮੈਂਟ ਰੈਗੂਲੇਸ਼ਨਸ, ਹੈਲਥ ਅਥਾਰਟੀ ਰੈਗੂਲੇਸ਼ਨਸ, ਉਹਨਾਂ ਨੇ ਗੈਦਰਿੰਗਸ ਘੱਟ ਕਰ ਦਿੱਤੀਆਂ ਤੇ ਇਹ ਜਿਹੜੇ ਡਿਜ਼ੀਜ਼ ਹੈਗੇ ਆ ਬੜੀ ਖਰਾਬ ਆ, ਬੜੀ ਖਤਰਨਾਕ ਆ ਤੇ ਉਹਨੂੰ ਕੰਟਰੋਲ ਕਰਨ ਲਈ ਇਹ ਮੈਜਰਸ ਬੜੇ ਜ਼ਰੂਰੀ ਹੈਗੇ ਨੇ। ਤਾਂ ਇਸ ਕਰਕੇ ਥੋੜਾ ਜਿਹਾ ਜਾਣੀ ਕਿ ਗੁਰਦੁਆਰੇ ਵਿੱਚ ਲੋਕਾਂ ਦੀਆਂ ਵਿਜ਼ਿਟੇਸ਼ਨਸ ਘੱਟ ਗਈਆਂ। ਬਟ ਹੈਵਿੰਗ ਸੈਡ ਦੈਟ ਆਪਣੇ ਗੁਰੂ ਘਰ ਵਿੱਚ ਸਾਰੇ ਕੰਮਕਾਜ ਠੀਕ ਚੱਲ ਰਿਹਾ। ਜਿਹੜੇ ਸਾਡੇ ਵੈਲਫੇਅਰ ਦੇ ਕੰਮ ਆ ਬਹੁਤ ਵੱਧ ਗਏ ਆ ਕਿਉਂਕਿ ਪ੍ਰੋਬਲਮਸ ਬਹੁਤ ਵੱਧ ਗਈਆਂ
ਤੇ ਐਜੂਕੇਸ਼ਨ ਵੀ ਚੱਲ ਰਹੀ ਹੈ, ਪਰ ਉਹ ਵੀ ਥੋੜੀ ਡਿਸਰਪਟ ਹੋਈ ਹੈ ਬਿਕੋਜ਼ ਆਫ ਦਿਸ ਕਰੋਨਾ ਵਾਇਰਸ। ਬਟ ਐਨੀਵੇ ਬਾਕੀ ਬਾਬਾ ਜੀ ਦੀ ਮਿਹਰ ਹੈ, ਸਭ ਕੁਝ ਬਹੁਤ ਸੋਹਣਾ ਚੱਲ ਰਿਹਾ ਹੈ। ਬਾਬੀ ਜੀ ਕਿੰਨੀ ਕੁ ਸੰਗਤ ਹੈ ਆਪਣੀ ਹੁਣ, ਤਕਰੀਬਨ ਕਿੰਨੀ ਕੁ ਸੰਗਤ ਹੈ ਉੱਥੇ ਹੁਣ? ਵੈਲ ਕੇਨੀਆ ਦੇ ਵਿੱਚ ਇਸ ਵੇਲੇ I don't have confirmed numbers, but about 7 to 8,000. 7 to 8,000। ਤੇ ਬਾਬੀ ਜੀ ਹੁਣ ਤੁਸੀਂ ਗੁਰੂ ਘਰ ਦੇ ਵਿੱਚ ਪੂਰੇ ਟਾਈਮ ਖੁੱਲ੍ਹਾ ਕਿ ਕੋਈ ਤੁਸੀਂ ਕੋਲੇ ਕੁਝ ਘੰਟੇ ਖੋਲਦੇ ਹੋ, ਕਿਸ ਤਰ੍ਹਾਂ ਚੱਲਦਾ ਪਿਆ ਗੁਰੂ ਘਰ? ਓਕੇ, ਗੁਰੂ ਘਰ ਵਿੱਚ ਮੇਜਰ ਰਿਸਟ੍ਰਿਕਸ਼ਨ ਹੈਗੀ ਹੈ ਗੈਦਰਿੰਗਸ ਦੀ, ਬਿਲਕੁਲ। ਕਿ ਵੱਡੀਆਂ ਗੈਦਰਿੰਗਸ ਨਹੀਂ ਕਰ ਸਕਦੇ। ਬਾਕੀ ਆਪਾਂ ਹੁਣ ਜਿਹੜਾ ਅਰਲੀ ਮਾਰਨਿੰਗ ਪ੍ਰਕਾਸ਼ ਕਰਦੇ ਆ, ਐਜ਼ ਵੀ ਆਲਵੇਜ਼ ਡੂ, ਜਿੱਦਾਂ ਹਰ ਵੇਲੇ ਕਰਦੇ ਆ। ਤੇ ਫਿਰ ਜੇ ਕੋਈ ਪਾਠ ਦੀ ਸੇਵਾ ਹੋਵੇ, ਕਿਸੇ ਦੀ ਦਿਨ 'ਚ ਪਾਠ ਦੀ ਸੇਵਾ ਚੱਲਦੀ ਹੈ, ਤੇ ਫਿਰ ਸ਼ਾਮ ਨੂੰ ਆਪਣੇ ਕੀਰਤਨ ਦੀਵਾਨ ਲੱਗਦਾ, ਤੇ ਫਿਰ ਰਹਿਰਾਸ ਤੇ ਸੁਖਾਸਨ। ਬਹੁਤ ਅੱਛੇ। ਮੈਂ ਦੇਖਿਆ ਤੁਸੀਂ ਐਸੀ ਇੱਕ ਪਿਕਚਰ- ਉਪਰਾਲਾ ਕੀਤਾ ਹੈ। ਹਾਂ। ਹਾਂਜੀ, ਐਸੀ ਇੱਕ ਉਪਰਾਲਾ ਕੀਤਾ ਕਿ ਅਸੀਂ ਨਾ ਸਾਰਾ ਕੁਝ YouTube ਤੇ ਲਾਈਵ ਕਰਦੇ ਆ, ਬਿਲਕੁਲ ਕਿ ਬਹੁਤ ਆਪਣੀ ਅੱਛੇ। ਸੰਗਤ ਨਾ, ਬਿਕਾਜ਼ ਗੁਰਦੁਆਰੇ ਨਹੀਂ ਆ ਸਕਦੇ, ਉਹ ਘਰ ਆ ਕੇ ਘਰਾਂ 'ਚ ਬੈਠ ਕੇ ਦੇਖ ਸਕਦੇ ਆ। ਇਹ ਬਾਬੀ ਜੀ ਇੱਕ ਗੱਲ ਹੁੰਦੀ ਹੈ, ਆਪਾਂ YouTube 'ਚ ਕਰ ਤਾਂ ਲੈਂਦੇ, ਚਲੋ ਠੀਕ ਹੈ, ਜਿਹੜੇ ਨੌਜਵਾਨ ਬੰਦੇ ਜਿਨ੍ਹਾਂ ਨੂੰ ਆਪਣਾ ਯੂਜ਼ ਕਰਨਾ ਆਉਂਦਾ ਹੈ। ਸਾਡੀ ਅਕਾਲ ਚਲਣ 'ਚ ਮਕਸਦ ਹੈਗਾ ਕਿ ਹਰ ਬਜ਼ੁਰਗ ਜਿਹੜੇ ਘਰ ਬੈਠੇ ਨੇ ਦੁਨੀਆ ਦੇ ਵਿੱਚ, ਜਿੱਥੇ ਵੀ ਸਾਡਾ ਅਕਾਲ ਚਲਣ ਪਹੁੰਚਦਾ, ਕਿ ਉਹ ਆਨੰਦ ਮਾਣ ਸਕਣ, ਉਹਨਾਂ ਨੂੰ ਪਤਾ ਲੱਗੇ ਕਿ ਕੀ ਹੋ ਰਿਹਾ। ਅਕਾਲ ਚਲਣ ਤੋਂ ਵੱਡਾ ਕੋਈ ਐਕਸਪੋਜ਼ਰ ਨਹੀਂ ਦੇ ਸਕਦਾ ਜਿੰਨਾ ਕਿ ਅਕਾਲ ਚਲਣ ਦਿੰਦਾ। ਵੀ ਸੋ ਪ੍ਰਾਊਡ, ਸੋ ਆਨਰਡ। ਬਾਕੀ ਬਾਬੀ ਜੀ ਮੈਂ ਦੇਖਿਆ ਤੁਸੀਂ ਫਲੋਰ ਦੇ ਉੱਪਰ ਵੀ ਸਾਈਨ ਲਗਾਏ ਹੋਏ ਨੇ, ਜਿਹੜੇ ਬੈਂਚ ਵਗੈਰਾ ਸੀ ਤੁਸੀਂ ਉੱਥੇ ਵੀ ਪੁਆਇੰਟ ਲਗਾਏ ਨੇ, ਕਿੱਦਾਂ ਲੋਕਾਂ ਨੇ ਬੈਠਣਾ ਹੈ। ਹਰ ਜਗ੍ਹਾ ਦੇ ਉੱਪਰ ਜਦੋਂ ਤੁਸੀਂ ਪੌੜੀਆਂ 'ਤੇ ਜਾਂਦੇ ਹੋ, ਉੱਥੇ ਵੀ ਤੁਸੀਂ ਕੱਲਾ ਸਾਈਨ ਲਿਖਾਇਆ। ਤੁਸੀਂ ਦੱਸਿਆ ਕਿ ਡਿਸਟੈਂਸ ਰੱਖੋ ਆਪਣਾ, ਕਿੰਨਾ ਦੂਰ। ਦੇਖੋ ਤੁਸੀਂ ਫਲੋਰ ਦੇ ਉੱਪਰ ਜਦੋਂ ਤੁਸੀਂ ਮੱਥਾ ਟੇਕਣ ਜਾਂਦੇ ਹੋ, ਉੱਥੇ ਵੀ ਤੁਸੀਂ ਸਾਰੇ ਲਗਾਏ ਨੇ। ਇਹ ਜਿੱਦਾਂ ਦੇਖ ਰਿਹਾ ਕਿ ਤੁਸੀਂ ਬਹੁਤ ਅੱਛਾ ਕਾਮਯਾਬ ਕੀਤਾ ਹੋਇਆ, ਲੇਕਿਨ ਬਿਮਾਰੀ ਫਿਰ ਵੀ ਵਧੀ ਹੋਈ ਹੈ, ਪਤਾ ਨਹੀਂ ਕਿਉਂ। ਲੇਕਿਨ ਬਿਮਾਰੀ ਤਾਂ ਵੱਧਦੀ ਹੈ ਕਿ ਜਦੋਂ ਅਸੀਂ ਲਾਪਰਵਾਹ ਹੁੰਦੇ ਹਾਂ, ਪਰ ਤੁਸੀਂ ਤਾਂ ਬਿਲਕੁਲ ਆਪਣਾ ਇੰਪਲੀਮੈਂਟ ਕੀਤਾ ਸਿਸਟਮ ਗਵਰਨਮੈਂਟ ਦੇ ਗਾਈਡਲਾਈਨ ਨੂੰ। ਹਾਂਜੀ, ਦੇਖੋ ਜਿੱਦਾਂ ਜਿਹੜੇ ਮੇਨ 3 ਚੀਜ਼ਾਂ ਹੈਗੀਆਂ, ਇੱਕ ਤੇ ਹਾਈਜੀਨ, ਹੱਥ ਸਫਾ ਕਰਨੇ। ਉਹ ਆਪਣੇ ਸਾਰੇ ਗੁਰਦੁਆਰਿਆਂ ਵਿੱਚ ਨਾ ਬੇਸਿਨਸ, ਵਾਸ਼ ਬੇਸਿਨਸ ਲੱਗੀਆਂ, ਜਿੱਥੇ ਆਪਾਂ ਆਪਣੇ ਹੱਥ ਸੁੱਚੇ ਕਰਕੇ ਆਪਣੇ ਫਿਰ ਆਪਾਂ ਗੁਰਦੁਆਰਾ ਸਾਹਿਬ ਅੰਦਰ ਜਾਂਦੇ ਮੱਥਾ ਟੇਕਣ ਜਾਂ ਹੋਰ ਸੇਵਾ ਕਰਨ। ਸੋ ਉਸ ਐਂਗਲ ਤੋਂ ਸਾਨੂੰ ਕੋਈ ਤਕਲੀਫ ਨਹੀਂ ਹੈ, ਕਿਉਂਕਿ ਆਪਣੇ ਜਗ੍ਹਾ ਹੱਥ ਧੋਣ ਦੀਆਂ ਫੈਸਿਲਿਟੀਜ਼ ਲੱਗੀਆਂ ਹੈ। ਹੋਰ ਆਪਾਂ ਹੈਂਡ ਸੈਨੀਟਾਈਜ਼ਰਸ ਰੱਖੇ ਹੋ ਉੱਥੇ, ਜਗ੍ਹਾ ਹੈਂਡ ਸੈਨੀਟਾਈਜ਼ਰਸ ਰੱਖੇ ਕਿ ਜਿਹੜੀ ਸੰਗਤ ਹੈਗੀ ਆਪਣੇ ਹੱਥ ਸੈਨੀਟਾਈਜ਼ ਕਰਕੇ। ਤੇ ਫੇਸ ਮਾਸਕ ਵੀ ਅਸੀਂ ਉੱਥੇ ਰੱਖੇ ਹੋਇਆ ਕਿ ਜਿਹੜਾ ਕੋਈ ਬੰਦਾ ਆਵੇ ਉਹਦੇ ਕੋਲ ਨਾ ਹੋਵੇ ਫੇਸ ਮਾਸਕ, ਉਹਨੂੰ ਅਸੀਂ ਫੇਸ ਮਾਸਕ ਦਿੰਦੇ ਆ। ਤੇ ਜਿਹੜਾ ਸੋਸ਼ਲ ਡਿਸਟੈਂਸਿੰਗ ਦਾ ਬੜਾ ਔਖਾ ਕੰਮ ਆ, ਜਗ੍ਹਾ ਸਾਈਨ ਲਗਾਏ ਆ, ਪਰ ਫਿਰ ਵੀ ਸਾਨੂੰ ਅਨਾਊਂਸਮੈਂਟਸ ਕਰਨੀਆਂ ਪੈਂਦੀਆਂ ਸੰਗਤ ਨੂੰ ਕਿ ਜੀ ਥੋੜੀ ਸੋਸ਼ਲ ਡਿਸਟੈਂਸਿੰਗ ਰੱਖੋ। ਤੇ ਇਹ ਜਿਹੜੀ ਬਿਮਾਰੀ ਹੈਗੀ ਆ, ਇਹ ਪਤਾ ਨਹੀਂ ਲੱਗਦਾ, ਇਨਵਿਜ਼ੀਬਲ ਜੀ ਬਿਮਾਰੀ ਆ, ਕਿੱਥੋਂ ਕਿਹਨੂੰ ਕਿੱਦਾਂ ਫੜ ਲੈਂਦੀ ਆ ਪਤਾ ਨਹੀਂ ਲੱਗਦਾ। ਬਿਲਕੁਲ, ਛੋਟੀ ਜਿਹੀ ਮਿਸਟੇਕ ਹੋਵੇ ਤਾਂ ਬਿਮਾਰੀ ਬੰਦਾ ਪਕੜ ਸਕਦਾ ਹੈ। ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਕੀਤਾ। ਜਿੰਨਾ ਵੀ ਖਿਆਲ ਰੱਖੋਗੇ ਉਹਨਾਂ ਵੀ ਥੋੜਾ ਹੀ ਆ। ਬਿਲਕੁਲ, ਹੁਣ ਇਸ ਵੇਲੇ ਆਪਣੀ ਕਮਿਊਨਿਟੀ ਦੇ ਵਿੱਚ ਦੇਖੋ, ਇੱਥੇ ਕਾਫੀ ਬੰਦਿਆਂ ਨੂੰ ਇਹ ਬਿਮਾਰੀ ਲੱਗ ਗਈ ਆ। ਰੀਅਲੀ? ਐਂਡ ਅਨਫੋਰਚੂਨੇਟਲੀ 1-2 ਮੌਤਾਂ ਵੀ ਹੋਈਆਂ ਇਸ ਬਿਮਾਰੀ ਕਰਕੇ। ਬਾਕੀ ਆਪਣੇ ਬੰਦੇ ਰਿਕਵਰ ਕਾਫੀ ਕਰ ਗਏ ਆ, ਬਾਬਾ ਜੀ ਦੀ ਮਿਹਰ ਆ, ਉਹ ਰਿਕਵਰ ਕਰ ਗਏ। ਪਰ ਜਿਹੜੇ ਹੁਣ ਅਨਫੋਰਚੂਨੇਟਲੀ ਸਾਨੂੰ ਛੱਡ ਕੇ ਚਲੇ ਗਏ, ਅਸੀਂ ਬੜਾ ਫੀਲ ਕਰਦੇ ਆ ਕਿ ਇੱਕ ਵੀ ਬੰਦਾ ਨਹੀਂ ਜਾਣਾ ਚਾਹੀਦਾ ਕੋਈ ਗਲਤੀ ਕਰਕੇ। ਸੋ ਇਸ ਕਰਕੇ ਅਸੀਂ ਸਾਰਿਆਂ ਨੂੰ ਕਹਿੰਦੇ ਕਿ ਪਲੀਜ਼ ਖਿਆਲ ਰੱਖੋ, ਆਪਣਾ ਖਿਆਲ ਰੱਖੋ। ਬਾਬੂ ਜੀ ਹਸਪੀਟਲ ਕਿੱਦਾਂ ਨੇ, ਕੋਪ ਕਰ ਰਹੇ ਨੇ ਕਿ ਜ਼ਰਾ ਫਲੱਡਡ ਹੋਏ ਨੇ ਵਿਦ ਕੇਸਿਸ ਦੇ ਨਾਲ? ਓਕੇ, ਹੁਣ ਜਦੋਂ ਦੀ ਆ ਸੈਕੰਡ ਵੇਵ ਸ਼ੁਰੂ ਹੋਈ ਆ, ਹਸਪੀਟਲਸ ਆ ਵੈਰੀ ਬਿਜ਼ੀ, ਕਾਫੀ ਬਿਜ਼ੀ ਆ। ਜਿਹੜੇ ਇੱਥੇ ਮੇਨ ਹਸਪੀਟਲਸ ਹੈਗੇ ਆ, ਨੈਰੋਬੀ ਹਸਪੀਟਲ, ਐਮਪੀ ਸ਼ਾਹ ਹਸਪੀਟਲ, ਫਿਰ ਆਗਾ ਖਾਨ ਹਸਪੀਟਲ, ਨੈਰੋਬੀ ਵੈਸਟ ਹਸਪੀਟਲ ਤੇ ਹੋਰ ਹਸਪੀਟਲਸ ਹੈਗੇ। ਨੈਰੋਬੀ 'ਚ ਹੁਣ ਤੇ ਕਾਫੀ ਹਸਪੀਟਲਸ ਹੋ ਗਏ ਆ ਤੇ ਦੇ ਆਰ ਵੈਰੀ ਬਿਜ਼ੀ। ਆਪਣਾ ਗੁਰੂ ਨਾਨਕ ਹਸਪੀਟਲ 'ਚ ਬਿਕੋਜ਼ ਆਪਣੇ ਕੋਲ ICU ਫੈਸਿਲਿਟੀ ਨਹੀਂ ਹੈਗੀ ਤੇ ਆਪਾਂ ਕੋਵਿਡ ਦੇ ਕੇਸਿਸ ਉੱਥੇ ਨਹੀਂ ਲੈਂਦੇ ਇਸ ਵੇਲੇ। ਬਟ ਹੁਣ ਆਪਾਂ ਉੱਥੇ ਕੋਵਿਡ ਦਾ ਆਈਸੋਲੇਸ਼ਨ ਦਾ ਵਾਰਡ ਬਣਾ ਰਹੇ ਆ। ਵੀ ਆਰ ਟ੍ਰਾਈਂਗ ਟੂ ਕਨਵਰਟ ਕਿ ਯੂ نو ਪਬਲਿਕ ਨੂੰ ਆਪਾਂ ਜਿਹੜੀ ਹੈਗੀ ਹੈ ਹੈਲਥ ਕੇਅਰ ਦੀ ਸਰਵਿਸ ਦੇ ਰਹੇ ਹਾਂ ਤੇ ਵੀ ਕੈਨ ਨਾਟ ਸਟਾਪ ਗਿਵਿੰਗ ਐਨੀ ਟ੍ਰੀਟਮੈਂਟ। ਜੇ ਕਿਸੇ ਨੂੰ ਪ੍ਰੋਬਲਮ ਹੈਗੀ ਸੋ ਆਈਸੋਲੇਸ਼ਨ ਵਾਰਡ ਬਣਾ ਰਹੇ ਉੱਥੇ ਹੁਣ
ਤੇ ਆ ਦੇਖੋ ਹਸਪੀਟਲਸ ਵੀ ਬਹੁਤ ਸਫਰ ਕਰ ਰਹੇ ਸੀ ਇੱਕ ਟਾਈਮ ਤੇ, ਲੋਕੀ ਡਰਦੇ ਸੀ ਹਸਪੀਟਲਾਂ ਦੇ ਜਾਣ ਨੂੰ। ਬਿਲਕੁਲ ਇੱਥੇ ਵੀ ਸੇਮ ਹਿਸਾਬ ਸੀਗਾ ਬਿਲਕੁਲ। ਹਾਂ, ਸੋ ਹਸਪੀਟਲਸ ਵੀ ਐਜ਼ ਇਵਨ ਫਾਈਨੈਂਸ਼ੀਅਲੀ ਵੀ ਵਰ ਰਨਿੰਗ ਇਨਟੂ ਟਰਬਲ, ਕਿਉਂਕਿ ਜੇ ਤੁਹਾਡੇ ਉੱਤੇ ਮਰੀਜ਼ ਨਹੀਂ ਆ ਰਹੇ, ਡਾਕਟਰਸ ਆਪਣੇ ਹੋਰ ਫੈਸਿਲਿਟੀ ਸਾਰੀਆਂ ਹੈਗੀਆਂ, ਖਰਚੇ ਨਹੀਂ ਪੂਰੇ ਹੋ ਰਹੇ ਸੀ। ਪਰ ਹੁਣ ਲੋਕਾਂ ਨੇ ਰਿਅਲਾਈਜ਼ ਕੀਤਾ ਕਿ ਪ੍ਰੋਟੋਕੋਲਸ ਸਾਰੇ ਹਸਪੀਟਲਸ ਨੇ ਰੱਖੇ ਆ, ਸੋਸ਼ਲ ਡਿਸਟੈਂਸਿੰਗ, ਸੈਨੀਟਾਈਜੇਸ਼ਨ ਬਹੁਤ ਹਾਈ ਸਕੇਲ ਤੇ ਹੋ ਰਹੀ ਆ, ਤੇ ਉਹਦੇ ਨਾਲ ਹੁਣ ਲੋਕਾਂ ਨੂੰ ਕੌਨਫੀਡੈਂਸ ਹੋ ਰਿਹਾ। ਆਪਣੇ ਗੁਰੂ ਨਾਨਕ ਹਸਪੀਟਲ ਵੀ ਹੁਣ ਸੰਗਤ ਜਾਂ ਬੰਦੇ ਕਾਫੀ ਹੁਣ ਜਿਹਨਾਂ ਨੂੰ ਲੋੜ ਹੈਗੀ ਮੈਡੀਕਲ ਅਸਿਸਟੈਂਸ ਦੇ, ਉਹ ਆ ਰਹੇ ਆ। ਬੱਬੀ ਜੀ ਤੁਸੀਂ ਜਦੋਂ ਲਾਸਟ ਟਾਈਮ ਅਸੀਂ 550 ਸਾਲ ਅਕਾਲ ਚੱਲਣ ਤੇ ਸਾਰਾ ਸੈਲੀਬ੍ਰੇਸ਼ਨ ਦਿਖਾਈ ਗਈ ਸੀਗੀ, ਨਗਰ ਕੀਰਤਨ ਵੀ ਕੀਤਾ ਸੀ, ਬੜੀ ਸ਼ਾਨਦਾਰ, ਦੁਨੀਆ 'ਚ ਬੜੀ ਘੱਟ ਸੀਗਾ ਉਦੋਂ, ਤੇ ਉਦੋਂ ਵੀ ਤੁਸੀਂ ਸਲਾਹ ਕਰਦੇ ਸੀ ਜਿਹੜਾ ਹਸਪੀਟਲ ਤੁਹਾਡੇ ਨਾਲ ਕਨੈਕਟਡ ਹੈਗਾ ਕਿ ਉੱਥੇ ICU ਯੂਨਿਟ ਬਣੇਗਾ, ਤੁਸੀਂ ਐਕਸਪਾਂਡ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਹਦਾ ਕੀ ਹੋਇਆ? ਹਾਂਜੀ, ਅਸੀਂ ਨਾ ਆਪਣੇ ਆਰਕੀਟੈਕਟ ਹੈਗੇ ਆ, ਆਰਕੀਟੈਕਟ ਚੰਨੀ ਲਾਲ, ਤੇ ਉਹਨਾਂ ਨਾਲ ਕੰਸਲਟੈਂਟ, ਤੇ ਆਪਣੇ ਜਿਹੜੇ ਹਸਪੀਟਲ ਦੇ ਚੇਅਰਮੈਨ ਹੈਗੇ ਸਰਦਾਰ ਪਰਮਿੰਦਰ ਸਿੰਘ ਲੋਟੇ, ਤੇ ਹਸਪੀਟਲ ਦਾ CEO ਆ ਡਾਕਟਰ ਓਲਾ, ਉਹਨਾਂ ਨਾਲ ਬੈਠ ਕੇ ਆਲਰੇਡੀ ਪਲਾਨਸ ਆਰ ਇਨ ਐਡਵਾਂਸ ਸਟੇਜ। ਤੇ ਆਪਣੇ ਲਾਸਟ ਵੀਕ ਐਨੂਅਲ ਜਨਰਲ ਮਿਡ ਟਰਮ ਐਨੂਅਲ ਜਨਰਲ ਮੀਟਿੰਗ ਵੀ ਸੀਗੀ ਗੁਰਦੁਆਰਾ ਸਾਹਿਬ ਤੇ ਅਪਰੂਵਲ ਮਿਲ ਗਈ ਹੈ ਸਾਨੂੰ ਸੰਗਤ ਕੋਲੋਂ ਫॉर ਐਕਸਪੈਂਡੀਚਰ, ਤੇ ਅਸੀਂ ਉੱਥੇ ਹੁਣ ਐਕਸਪੈਂਸ਼ਨ ਕਰਨੀ ਆ। ਸੋ ਪਹਿਲਾਂ ਤਾਂ ਅਪਗ੍ਰੇਡ ਕਰਨਾ ਹਸਪੀਟਲ, ਸਾਰਾ ਹਸਪੀਟਲ ਇਜ਼ ਅ ਲਿਟਲ ਟਾਇਰਡ, ਆਪਾਂ ਉਹਨੂੰ ਨਾ ਵੀ ਵਾਂਟ ਟੂ ਗਿਵ ਇਟ ਸਮ ਮੋਰ ਲਾਈਫ, upgrade it, and then ICU is part of the plan, and some expansion program is part of the plan. ਬੱਬੀ ਜੀ ਬਾਕੀ ਜੇ ਹੁਣ ਅਸੀਂ ਬਿਮਾਰੀ ਦੀ ਗੱਲ ਕਰੀਏ, ਤੁਸੀਂ ਦੱਸਿਆ ਕਿ ਗੁਰੂ ਘਰ ਖੁੱਲ੍ਹਾ ਤੁਹਾਡਾ, ਅਖੰਡ ਪਾਠ ਵਗੈਰਾ ਹੁੰਦੇ ਨੇ, ਤੇ ਲੰਗਰ ਦਾ ਕੀ ਹਿਸਾਬ ਹੈ? ਲੰਗਰ ਤੇ ਪ੍ਰਸ਼ਾਦ ਕਿਸ ਤਰ੍ਹਾਂ ਵਰਤਦੇ ਹੋ ਤੁਸੀਂ? ਅੱਛਾ ਜੀ, ਪਹਿਲਾਂ ਤਾਂ ਦੇਖੋ ਇੱਕ ਪ੍ਰੋਟੋਕਾਲ ਹੈਗਾ, ਤੁਸੀਂ ਜਦੋਂ ਐਂਟਰ ਕਰਦੇ ਨਾ ਗੁਰਦੁਆਰਾ ਸਾਹਿਬ ਗੇਟ ਤੇ, ਅਸੀਂ ਹਰ ਇੱਕ ਬੰਦੇ ਜਾਂ ਸੰਗਤ ਜਿਹੜੀ ਆਉਂਦੀ ਹੈ ਉਹਨਾਂ ਦਾ ਟੈਂਪਰੇਚਰ ਲੈਂਦੇ ਆ, ਐਂਡ ਵੀ ਰਿਕਾਰਡ ਇਟ ਇਨ ਏ ਲੌਗ ਬੁੱਕ। ਤੇ ਫੋਰਚੂਨੇਟਲੀ ਟਿਲ ਟੁਡੇ ਆਪਾਂ ਨੂੰ ਕਿਸੇ ਨੂੰ ਵਾਪਸ ਨਹੀਂ ਮੋੜਨਾ ਪਿਆ ਕਿ ਤੁਹਾਡਾ ਟੈਂਪਰੇਚਰ ਹਾਈ ਹੈ। ਤੇ ਬਾਕੀ ਲੰਗਰ ਜਿਹੜਾ ਹੈਗਾ ਆ, ਉਹ ਸਾਨੂੰ ਗਵਰਨਮੈਂਟ ਵੱਲੋਂ ਹਾਲੇ ਗੋ ਅਹੈਡ ਨਹੀਂ ਮਿਲੀ ਲੰਗਰ ਸਰਵ ਕਰਨ ਦੀ। ਤੇ ਅਸੀਂ ਕਦੀ ਕਦੀ ਜਦਾਂ ਕੋਈ ਫੰਕਸ਼ਨ ਹੋਵੇ ਥੋੜਾ ਚਾਹ ਰੱਖਦੇ ਦੀ ਨਾਲ ਡਰਾਈ ਫੂਡਸ ਹੋਣ, ਬਾਕੀ ਹਾਲੇ ਲੰਗਰ ਦੀ ਸੇਵਾ ਨਹੀਂ ਸ਼ੁਰੂ ਹੋਈ, ਸਾਨੂੰ ਹਾਲੇ ਗੋ ਅਹੈਡ ਨਹੀਂ ਮਿਲਿਆ। ਤੇ ਅਖੰਡ ਪਾਠ ਵਗੈਰਾ ਹੁੰਦੇ ਨੇ ਜਿੱਦਾਂ ਆਮ ਹੁੰਦੇ ਸੀ? ਕਿਉਂਕਿ ਤੁਹਾਨੂੰ ਪਤਾ ਅਖੰਡ ਪਾਠ ਤੇ ਲੋਕਾਂ ਨੂੰ ਜਗ੍ਹਾ ਨਹੀਂ ਸੀ ਮਿਲਦੀ, ਹਰ ਵੀਕਐਂਡ ਤੁਸੀਂ ਅਖੰਡ ਪਾਠ ਹੁੰਦਾ ਸੀ, ਉਹਦਾ ਕੀ ਹਿਸਾਬ ਹੈਗਾ ਹੁਣ? ਉਹ ਵੀ ਹੁਣ ਸੇਵਾ ਚੱਲ ਰਹੀ ਹੈ ਗੁਰਦੁਆਰੇ 'ਚ, ਸਹਿਜ ਪਾਠ ਚੱਲ ਰਹੇ ਆ, ਤੇ ਅਖੰਡ ਪਾਠ ਵੀ ਚੱਲ ਰਿਹਾ ਹੈ। ਜਿੱਦਾਂ ਇਸ ਵੇਲੇ ਆਪਣੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾ ਰਹੇ ਆਪਾਂ ਸਾਰੇ, ਪ੍ਰਕਾਸ਼ ਉਤਸਵ, ਤੇ ਤਕਰੀਬਨ ਇੱਕ ਆਪਾਂ ਅਖੰਡ ਪਾਠ ਕਰ ਰਹੇ, ਪਰ ਉਹਦੇ ਵਿੱਚ ਤਕਰੀਬਨ 22 ਕਿ 23 ਫੈਮਿਲੀਜ਼ ਪਾਰਟਿਸਿਪੇਟ ਕਰ ਰਹੀ ਹੈ। ਹਾਂ, ਪਰ ਉਹਦਾ ਜਨਰਲੀ ਫੰਕਸ਼ਨਸ ਗੁਰਦੁਆਰੇ ਬਹੁਤ ਘੱਟ ਗਏ ਆ। ਜਿਹੜੇ ਪ੍ਰਾਈਵੇਟ ਫੰਕਸ਼ਨਸ ਹੁੰਦੇ ਸੀ, ਲੋਕੀ ਆਪਣੇ ਬਰਥਡੇ ਲਈ ਕਰਦੇ ਸੀ, ਕੀਰਤਨ ਦੀਵਾਨ, ਜਾਸਾ ਜੀ ਦੀ ਵਾਰ, ਉਹ ਪ੍ਰੋਗਰਾਮਸ ਬਹੁਤ ਘੱਟ ਗਏ ਆ, ਕਿਉਂਕਿ ਉਹ ਅਲਾਉ ਨਹੀਂ ਕਰ ਰਹੇ ਗਵਰਨਮੈਂਟ ਕਿ ਜ਼ਿਆਦਾ ਗੈਦਰਿੰਗ ਹੋਵੇ। ਇਸ ਵੇਲੇ ਜਿੱਦਾਂ ਹੁਣ ਡਾਇਰੈਕਟਿਵ ਹੈਗਾ ਹੈ ਕਿ ਜੇ ਵੈਡਿੰਗ ਹੋਵੇ ਉਹ 'ਚ ਮੈਕਸਿਮਮ 50 ਬੰਦੇ ਆ ਸਕਦੇ ਆ। ਅੱਛਾ। ਜੇ ਫਿਊਨਰਲ ਹੋਵੇ, ਆਪਣੀ ਜਿਹੜੀ ਫਿਊਨਰਲ ਸਰਵਿਸ ਗੁਰਦੁਆਰਾ ਸਾਹਿਬ ਹੈ ਉਹਦੇ 'ਚ 100 ਕੈਨ ਕਮ। ਬਾਕੀ ਜੇ ਕੋਈ ਰਿਲੀਜੀਅਸ ਗੈਦਰਿੰਗ ਹੋਵੇ, ਉਹ ਕਹਿੰਦੇ ਅਕੋਰਡਿੰਗ ਟੂ ਯੋਰ ਹਾਲ ਸਾਈਜ਼ 1/3 ਦ ਕੈਪੈਸਿਟੀ। 1/3 ਦ ਕੈਪੈਸਿਟੀ, ਅੱਛਾ। ਹਾਂਜੀ, ਹੁਣ ਆਪਣੇ ਇੱਥੇ ਨੈਰੋਬੀ ਗੁਰਦੁਆਰਾ ਸਾਹਿਬ ਜਿਹੜਾ ਨਾਨਕ ਦਰਬਾਰ ਆ, ਉਹਦੇ 'ਚ ਆਪਾਂ ਅਬਾਊਟ 200 ਬੰਦਾ ਅਕੋਮੋਡੇਟ ਕਰ ਸਕਦੇ ਆ। ਓਕੇ। ਜਿਹੜਾ ਦਸ਼ਮੇਸ਼ ਹਾਲ ਹੈਗਾ ਥੱਲੇ, ਉਹਦੇ ਵਿੱਚ ਆਪਾਂ ਤਕਰੀਬਨ 300 ਸਾਡੇ, ਬਟ ਐਡੇ ਫੰਕਸ਼ਨ ਹੋਏ ਨਹੀਂ ਆਪਣੇ, ਵੀ ਹੈਵ ਨਾਟ ਹੈਡ ਐਡੇ ਫੰਕਸ਼ਨ ਕੋਈ। ਇਹ ਬੱਬੀ ਜੀ ਜਦੋਂ ਕੀਨੀਆ ਦੀ ਗੱਲ ਕਰੋ, ਆਪਣੇ ਸਿੱਖਾਂ ਦੀ ਬੜੀ ਬਰਕਤ ਹੈ, ਬੜੀ ਪਿਆਰ ਮੁਹੱਬਤ ਹੈ, ਚੰਗੇ ਵੈਲ ਸੈਟਲਡ ਬਿਜ਼ਨਸਮੈਨ ਹੈਗੇ ਨੇ, ਇੰਡਸਟਰੀਲਿਸਟ ਹੈਗੇ ਨੇ, ਇਹ ਇੰਨੇ ਕੁ ਬੰਦੇ ਅਲਾਉ ਕਰਨੇ, ਉਹਨਾਂ ਨੂੰ ਤਾਂ ਬੜੀ ਤਕਲੀਫ ਹੁੰਦੀ ਹੋਏਗੀ ਕਿ ਤਾਂ ਕਈ ਹਜ਼ਾਰ ਬੰਦੇ ਵਿਆਹ ਤੇ ਆ ਜਾਂਦੇ ਆ। ਬਹੁਤ ਡਿਫਿਕਲਟ, ਕਿਉਂਕਿ ਵੈਡਿੰਗਸ ਤੇ ਹੁਣ ਇਸ ਸਾਲ ਦੇ ਵਿੱਚ ਤਾਂ ਬਹੁਤ ਘੱਟ ਹੋਈਆਂ। ਜਦੋਂ ਦਾ ਕਰੋਨਾ ਸਟਾਰਟ ਹੋਇਆ, ਆਪਣੇ ਗੁਰਦੁਆਰਾ ਸਾਹਿਬ ਆਪਾਂ ਹਾਰਡਲੀ 2 ਕਿ 3 ਵੈਡਿੰਗਸ ਕੀਤੀਆਂ, ਨਹੀਂ ਤਾਂ ਬਾਈ ਨਾਓ ਤਕਰੀਬਨ 100 ਵੈਡਿੰਗ ਹੋ ਸਕਦੀ ਹੈ। ਸੋ ਆਪਣੇ ਯੰਗਸਟਰਸ ਵੀ ਵਿਚਾਰੇ ਸਫਰ ਕਰ ਰਹੇ ਆ ਕਿ ਉਹਨਾਂ ਦੇ ਮੈਟਰੀਮੋਨੀਅਲ ਪ੍ਰੋਗਰਾਮਸ ਡਿਲੇ ਹੋ ਰਹੇ ਆ,
ਤੇ ਹੁਣ ਅਸੀਂ ਕਹਿ ਰਹੇ ਹਾਂ ਕਿ ਚਲੋ ਕਰੋਨਾ ਹੈਗੀ ਆ, ਬਾਅਦ 'ਚ ਪਾਰਟੀਆਂ ਕਰ ਲਾਂਗੇ ਜਾਂ ਇਕੱਠੇ ਹੋ ਜਾਾਂਗੇ, ਫੰਕਸ਼ਨ ਗੁਰਦੁਆਰੇ ਕਰ ਲਾਂਗੇ, ਬਟ ਲੈਟ ਦ ਚਿਲਡਰਨ ਕੈਰੀ ਔਨ ਵਿਦ ਦੇਅਰ ਲਾਈਵਸ। ਆਪਾਂ ਉਹਨਾਂ ਦਾ ਵਿਆਹ ਕਰੀਏ, ਉਹ ਆਪਣੀ ਲਾਈਫ ਸੈਟਲ ਕਰਨ, ਗਾਂਹ ਵਧਣ, ਤੇ ਫਿਰ ਜਿਹੜੇ ਫੰਕਸ਼ਨਸ ਹੈਗੇ ਆ, ਸੰਗਤ ਦੀ ਸੇਵਾ ਹੈਗੀ, ਉਹ ਬਾਅਦ 'ਚ ਵੀ ਹੋ ਸਕਦੀ ਹੈ। ਬਿਲਕੁਲ। ਬੋਬੀ ਜੀ ਹੁਣ ਬਾਹਰੋਂ ਜਦੋਂ ਲੋਕ ਕੁਝ ਆਉਂਦੇ ਨੇ ਕਿ ਬਹੁਤ ਘੱਟ ਗਏ ਨੇ ਕਿ ਬਿਲਕੁਲ ਨਹੀਂ ਆ ਰਹੇ, ਹੁਣ ਕੀ ਹਿਸਾਬ ਆ ਆਪਣੀ, ਸਪੈਸ਼ਲੀ ਜੇ ਮੈਂ ਸਿੱਖ ਕਮਿਊਨਿਟੀ ਦੀ ਗੱਲ ਕਰਾਂ? ਟਰੈਵਲਿੰਗ ਯੂ ਮੀਨ ਫਰੋਮ ਓਵਰਸੀਜ਼? ਹਾਂ, ਟਰੈਵਲਿੰਗ ਵਾਈਜ਼, ਹਾਂਜੀ। ਹਾਂਜੀ, ਟਰੈਵਲਿੰਗ ਤੇ ਹੁਣ ਓਪਨ ਹੋ ਗਈ ਹੈ, 에ਅਰਪੋਰਟ ਇਜ਼ ਓਪਨ, ਤੇ ਬਾਕੀ ਬੰਦੇ ਜਿਹੜੇ ਐਸੈਂਸ਼ੀਅਲ ਟਰੈਵਲ ਮੈਂ ਦੇਖ ਰਿਹਾ ਉਹੀ ਆ ਰਹੇ ਆ। ਬਾਕੀ ਟੂਰਿਜ਼ਮ ਵੀ ਥੋੜ੍ਹੇ ਟੂਰਿਸਟ ਆ ਰਹੇ ਆ, ਨਾਟ ਐਜ਼ ਮੱਚ ਐਜ਼ ਜਿੰਨੇ ਹੋਣੇ ਚਾਹੀਦੇ ਆ। ਤੇ ਆਪਣੇ ਜਿੱਦਾਂ ਇਮੀਡੀਏਟ ਫੈਮਿਲੀ ਕੋਈ ਹੈਗਾ, ਕੋਈ ਪ੍ਰੋਬਲਮ ਹੋਵੇ ਜਾਂ ਕੋਈ ਫੰਕਸ਼ਨ ਹੋਵੇ, ਇੱਦਾਂ ਹੋ ਰਿਹਾ। ਪਰ ਜਿੱਦਾਂ ਪਹਿਲਾਂ ਖੁੱਲ੍ਹ ਕੇ ਟਰੈਵਲ ਕਰਦੇ ਸੀ, ਆਈ ਥਿੰਕ ਦੁਨੀਆ ਸਾਰੀ ਡਰ ਗਈ ਹੈ ਕਰੋਨਾ ਤੋਂ, ਤੇ ਓਪਨ ਟਰੈਵਲ ਜਿੱਦਾਂ ਚੱਲਦੀ ਸੀ ਉਹ ਤੇ ਬਹੁਤ ਘਟ ਗਈ ਹੈ ਮੇਰੇ ਹਿਸਾਬ ਨਾਲ। ਬੋਬੀ ਜੀ ਆਪਣਾ ਜਿਹੜਾ ਆਪਣਾ ਗੁਰੂ ਘਰ ਪਗਾਨੀ ਈਸਟ ਅਫਰੀਕਾ ਰਾਮਕੜੀਆ ਬੋਰਡ, ਤੁਸੀਂ ਸਿਰਫ ਗੁਰੂ ਘਰ ਨਹੀਂ ਆਪਣਾ ਮੈਨੇਜ ਕਰਦੇ ਜਾਂ ਚਲਾਉਂਦੇ, ਤੁਹਾਡੇ ਹੋਰ ਬੜੇ ਪ੍ਰੋਜੈਕਟ ਹੈਗੇ ਨੇ, ਜਿੱਦਾਂ ਹਸਪੀਟਲ ਦਾ ਹੋਇਆ, ਤੇ ਹੋਰ ਵੀ ਤੁਸੀਂ ਬੜਾ ਕੁਝ ਕਰ ਰਹੇ ਸੀ। ਥੋੜ੍ਹਾ ਉਹਦੇ ਤੁਸੀਂ ਪ੍ਰਾਪਰਟੀ ਲੈ ਕੇ ਰੈਂਟ ਉੱਪਰ ਵੀ ਦਿੱਤੀ ਹੋਈ ਹੈ, ਉਹ ਜਿਹੜੇ ਆਪਣੇ ਵਿਚਾਰੇ ਜ਼ਰੂਰਤਮੰਦ ਸਿੱਖ ਕਮਿਊਨਿਟੀ ਹੈਗੀ, ਤੁਸੀਂ ਉਹਨਾਂ ਦੀ ਵੀ ਮਦਦ ਕਰਦੇ ਹੋ, ਉਹਦੇ ਬਾਰੇ ਥੋੜ੍ਹਾ ਬਹੁਤਾ ਦੱਸੋਗੇ? ਹਾਂਜੀ, ਦੇਖੋ ਆਪਣੇ ਮੇਨ ਐਕਟੀਵਿਟੀਜ਼ ਹੈ, ਦੇਖੋ ਅੰਡਰ ਈਸਟ ਅਫਰੀਕਨ ਰਾਮਗੜੀਆ ਬੋਰਡ ਹੈ ਗੁਰਦੁਆਰਾ ਸਾਹਿਬ, ਤੇ ਗੁਰਦੁਆਰਾ ਸਾਹਿਬ ਪ੍ਰੋਗਰਾਮਸ ਬਹੁਤ ਲੋ ਸਕੇਲ ਤੇ ਚੱਲ ਰਹੇ ਆ। ਤੇ ਆਪਣੇ ਜਿੱਦਾਂ ਇੱਥੇ ਮੈਨੇਜਮੈਂਟ ਸਟਰਕਚਰ ਹੈਗਾ ਆ, ਵੀ ਹੈਵ ਵਾਟ ਵੀ ਕਾਲ ਐਫੀਲੀਏਟਡ ਬੋਡੀਜ਼, ਤੇ ਉਹਨਾਂ ਵਿੱਚੋਂ ਇੱਕ ਹੈਗੀ ਹੈ ਜਿਹੜੀ ਬੜੀ ਐਕਟਿਵ ਹੈ ਇਸ ਵੇਲੇ, ਉਹ ਹੈਗੀ ਰਾਮਗੜੀਆ ਯੂਥ ਐਸੋਸੀਏਸ਼ਨ। ਤੇ ਆਪਣੇ ਥਰੂ ਰਾਮਗੜੀਆ ਯੂਥ ਐਸੋਸੀਏਸ਼ਨ ਅਸੀਂ ਤਕਰੀਬਨ ਐਵਰੀ ਅਦਰ ਡੇ ਡੋਨੇਸ਼ਨਸ ਕਰ ਰਹੇ ਹਾਂ। ਤੇ ਜਿਹੜੀ ਕਮਿਊਨਿਟੀਜ਼ ਹੈਗੀਆਂ ਉਹਨਾਂ ਨੂੰ ਡਰਾਈ ਫੂਡਸ ਦੇ ਸਕਦੇ, ਕੁਕਡ ਫੂਡਸ ਇਸ ਵੇਲੇ ਬਹੁਤ ਡਿਫਿਕਲਟ ਆ। ਤੁਸੀਂ ਦੇਖਿਆ ਸੀ ਆਪਣਾ ਗੁਰੂ ਨਾਨਕ ਲੰਗਰ ਟਰੱਕ ਸੀਗਾ, ਲਾਸਟ ਈਅਰ ਲਾਂਚ ਕੀਤਾ ਸੀ ਜੀ ਅਸੀਂ। ਹਾਂ, ਬੜਾ ਅੱਛਾ ਲੱਗਿਆ ਸੀ ਉਹ। ਉਹਦੇ ਕਿਉਂਕਿ ਉਹ ਸੋਸ਼ਲ ਡਿਸਟੈਂਸਿੰਗ ਨਹੀਂ ਹੁੰਦੀ, ਉਹ ਸਾਰਾ ਕੁਝ ਹੁੰਦਾ, ਉਹਦੇ ਕਰਕੇ ਅਸੀਂ ਨਾ ਉਹ ਬੰਦ ਕਰ ਦਿੱਤਾ ਸੀ, ਕਿਉਂਕਿ ਗਵਰਨਮੈਂਟ ਨਹੀਂ ਅਲਾਉ ਕਰ, ਬੰਦੇ ਬਹੁਤ ਇਕੱਠਾ ਹੋ ਜਾਂਦਾ, ਤੇ ਫਿਰ ਉਹ ਰਿਸਕ ਬਹੁਤ ਜ਼ਿਆਦਾ ਆ, ਆਪਣੇ ਬੰਦਿਆਂ ਨੂੰ ਵੀ ਰਿਸਕ ਜ਼ਿਆਦਾ ਜਿਹੜੀ ਸੇਵਾ ਕਰਨ ਜਾਂਦੇ। ਸੋ ਉਹ ਅਸੀਂ ਗੁਰੂ ਨਾਨਕ ਲੰਗਰ ਟਰੱਕ ਦੀ ਸੇਵਾ ਬੰਦ ਕਰ ਦਿੱਤੀ। ਪਰ ਡਰਾਈ ਫੂਡ ਰਾਸ਼ਨਸ ਆਪਣੇ ਯੰਗਸਟਰਸ ਨੇ ਪੈਕ ਬਣਾਇਆ, ਤਕਰੀਬਨ 10 ਕੇ 12 ਕਿਲੋ ਦਾ ਪੈਕ, ਉਹਦੇ 'ਚ ਸਾਰੇ ਜਨਰਲ ਰਾਸ਼ਨ ਆਈਟਮਸ ਹੈਗੀਆਂ ਖਾਣ ਪੀਣ ਦੀਆਂ, ਤੇਲ, ਖੰਡ, ਚੌਲ, ਲੂਣ, ਤੇ ਦਾਲ, ਤੇ ਆਪਣੇ ਡਰਾਈ ਹੋਰ ਚੀਜ਼ਾਂ, ਬੇਸਿਕ ਆਈਟਮਸ, ਤੇ ਉਹ ਇੱਕ ਫੈਮਿਲੀ ਨੂੰ ਤਕਰੀਬਨ 2 ਵੀਕ ਲਈ ਪ੍ਰੋਵੀਜ਼ਨਸ ਮਿਲ ਰਹੇ ਆ। ਤੇ ਉਹ ਆਪਾਂ ਤਕਰੀਬਨ ਜੇ ਦੇਖੋ ਹੁਣ ਤਾਈਂ ਅਬਾਊਟ 250 ਟਨ ਆਪਾਂ ਡਿਸਟ੍ਰੀਬਿਊਟ ਕਰ ਚੁੱਕੇ ਆ। 250 ਟਨ ਹੈ? ਹਾਂਜੀ, ਤੇ ਦੈਟ ਇਜ਼ ਟੱਚਡ ਤਕਰੀਬਨ 75,000 ਫੈਮਿਲੀਜ਼। ਜੇ ਆਪਾਂ ਜੀ ਗਣੀਏ ਤਾਂ ਤਕਰੀਬਨ 1.5 ਮਿਲੀਅਨ ਬੰਦਿਆਂ ਨੂੰ ਆਪਾਂ ਖਾਣ ਪੀਣ ਦਾ ਸਮਾਨ ਦੇ ਚੁੱਕੇ ਆ। ਬੋਬੀ ਜੀ ਤੁਸੀਂ ਇਹ ਲੈ ਕੇ ਜਾਂਦੇ ਹੋ ਆਪਣੇ, ਸੌਰੀ, ਤੁਸੀਂ ਵਿਲੇਜ ਵਿੱਚ ਲੈ ਕੇ ਜਾਂਦੇ ਹੋ, ਛੋਟੇ ਛੋਟੇ ਟਾਊਨਾਂ 'ਚ ਲੈ ਕੇ ਜਾਂਦੇ ਹੋ, ਇਨ ਰਿਮੋਟ ਏਰੀਆ, ਤੇ ਇਹਨਾਂ ਦਾ ਜਿਹੜੇ ਲੋਕਲ ਕਮਿਊਨਿਟੀ ਕੇਨੀਅਨ ਦੇ, ਇਹਨਾਂ ਦਾ ਕੀ ਰਿਐਕਸ਼ਨ ਆ ਸਿੱਖਾਂ ਲਈ ਸਪੈਸ਼ਲੀ? ਰਿਐਕਸ਼ਨ ਤੇ ਬਹੁਤ ਅੱਛਾ ਮਿਲ ਰਿਹਾ, ਕਿਉਂਕਿ ਐਪਰੀਸੀਏਸ਼ਨ ਬਹੁਤ ਮਿਲ ਰਹੀ ਆ। ਬਹੁਤ ਅੱਛੇ, ਬਹੁਤ ਅੱਛੇ। ਹਾਂਜੀ ਹਾਂਜੀ, ਜਿਹੜੇ ਅਸੀਂ ਬੇਸਿਕਲੀ ਹੈਗਾ ਨਾ ਕੇਨੀਆ ਰੈੱਡ ਕਰਾਸ ਦੇ ਨਾਲ ਕਰ ਰਹੇ ਹਾਂ ਜਿਹੜਾ ਪ੍ਰੋਗਰਾਮ ਹੈਗਾ, ਵੀ ਆਰ ਡੂਇੰਗ ਇਟ ਵਿਦ ਕੇਨੀਆ ਰੈੱਡ ਕਰਾਸ। ਤੇ ਇੱਥੇ ਇਹ ਕੰਟਰੀ ਦੇ ਵਿੱਚ ਕੀ ਹੈਗਾ ਕਿ ਜਿਹੜੇ ਚਰਚ ਆਰਗੇਨਾਈਜੇਸ਼ਨਸ ਆ ਨਾ, ਉਹਨਾਂ ਦੀ ਪੈਨੀਟ੍ਰੇਸ਼ਨ ਬਹੁਤ ਹੈਗੀ ਹੈ ਡੀਪ ਇਨਟੂ ਦ ਵਿਲੇजेस, ਐਂਡ ਵੀ ਆਰ ਕਨਸੈਂਟਰੇਟਿੰਗ ਮੋਰ ਇਨ ਨੈਰੋਬੀ ਏਰੀਆ ਟੂ ਬੀ ਓਨੈਸਟ। ਤੇ ਨੈਰੋਬੀ ਵਿੱਚ ਸਲਮਸ ਬਹੁਤ ਹੈਗੀਆਂ। ਹਾਂ। ਤੇ ਸਲਮਸ ਵਿੱਚ ਜਿਹੜੇ ਚਰਚ ਆਰਗੇਨਾਈਜੇਸ਼ਨਸ, ਉਹਨਾਂ ਦੀ ਪੈਨੀਟ੍ਰੇਸ਼ਨ ਬਹੁਤ ਆ, ਵੈਰੀ ਡੀਪ ਇਨਟੂ ਦ ਸਲਮਸ। ਸੋ ਅਸੀਂ ਉਹਨਾਂ ਨਾਲ ਨਾ ਇਕੱਠੇ ਹੋ ਕੇ ਤੇ ਉਹਨਾਂ ਦੇ ਥਰੂ ਦ ਚਰਚਿਸ, ਕਿਉਂਕਿ ਉਹਨਾਂ ਨੇ ਕੀਤੇ ਬੰਦੇ ਕੌਣ ਹੈਗੇ ਜਿਹਨਾਂ ਨੂੰ ਲੋੜ ਆ, ਤੇ ਕਿਉਂਕਿ ਤੁਸੀਂ ਦੇ ਸਕਦੇ ਆ ਸਾਰਾ ਕੁਝ, ਪਰ ਇਟ ਡਜ਼ਨਟ ਗੋ ਟੂ ਦ ਰਾਈਟ ਪਲੇਸ। ਸੋ ਉਹ ਅਸੀਂ ਅਵੋਇਡ ਕਰਨਾ ਚਾਹੁੰਦੇ ਹਾਂ। ਐਂਡ ਇੱਥੇ ਇਹਨਾਂ ਨੇ ਕੀ ਕੀਤਾ ਸੀ, ਜਿਹੜੀ ਕੋਵਿਡ ਦੀ ਨਾ ਕਮੇਟੀ ਬਣਾਈ ਸੀ ਗਵਰਨਮੈਂਟ ਨੇ, ਤੇ ਆਪਣੀ ਰਾਮਗੜੀਆ ਯੂਥ ਐਸੋਸੀਏਸ਼ਨ ਦੇ ਆਰ ਅਪਰੂਵਡ ਬਾਈ ਦ ਕੋਵਿਡ ਕਮੇਟੀ ਟੂ ਡਿਸਟ੍ਰੀਬਿਊਟ ਡਰਾਈ ਫੂਡਸ। ਤੇ ਉਹਨਾਂ ਨੂੰ ਅਸੀਂ ਇਨਫੋਰਮ ਕਰਦੇ ਕਿ ਅਸੀਂ ਇਸ ਵੀਕ ਇਸ ਸਲਮ 'ਚ ਜਾਣਾ, ਇੰਨੇ ਬੰਦਿਆਂ ਨੂੰ ਦੇਣਾ, ਦੈਨ ਵੀ ਗਿਵ ਅ ਰਿਪੋਰਟ ਬੈਕ
ਕਿ ਆਹ ਗਿਆ, ਕਿਉਂਕਿ ਉਹ ਗਵਰਨਮੈਂਟ ਵੀ ਰਿਕਾਰਡਸ ਮੇਨਟੇਨ ਕਰ ਰਹੀ ਹੈ ਕਿ ਕਿੱਦਾਂ ਹੋਇਆ, ਕਿੱਥੇ ਸਮਾਨ ਗਿਆ, ਫੂਡ ਕਿੱਥੇ ਗਿਆ, ਸਾਰਾ ਕੁਝ। ਸੋ ਇਟਸ ਅ ਵੈਰੀ ਵੈਲ ਆਰਗੇਨਾਈਜ਼ਡ distribution program, I must say. And ਆਪਣੇ ਰਾਮਗੜ੍ਹੇ ਯੂਥ ਚੇਅਰਮੈਨ ਇੰਦਰਜੀਤ ਠੇਠੀ, ਹਿੰਮਤ ਗਹੀਰ, ਹੋਰ ਆਪਣੇ ਯੰਗਸਟਰਸ ਟੀਨਾ ਮਨਕੂ ਤੇ ਇੰਦਰ ਪ੍ਰੇਮ ਸਿੰਘ ਤੇ ਆਪਣੇ ਮਥਾਰੂ ਯੰਗਸਟਰ ਹੈਗੇ ਪਵਿੱਤਰ ਸਿੰਘ ਤੇ ਹੋਰ ਬਹੁਤ ਹੈਗੇ ਯੰਗਸਟਰਸ। ਤੁਸੀਂ ਹੁਣ ਨਾਮ ਲੱਗਣੇ ਸ਼ੁਰੂ ਕੀਤੇ, ਕਿਸ ਦਾ ਭੁੱਲ ਨਾ ਜਾਇਓ, ਫਿਰ ਗਿਲਾ ਹੋ ਜਾਏਗਾ ਕਿ ਬੋਬੀ ਨੇ ਸਾਡਾ ਨਾਮ ਨਹੀਂ ਲਿੱਤਾ। ਕੋਈ ਨਹੀਂ, ਮੈਂ ਜੇ ਗਲਤੀ ਕਰਾਂ ਤੇ ਮਾਫੀ ਮੰਗਣ 'ਚ ਕੋਈ ਸ਼ਰਮ ਨਹੀਂ ਹੈ। ਨਹੀਂ ਬੋਬੀ ਜੀ, ਬਾਕੀ ਜਿਹੜੀ ਮੈਂ ਦੇਖਿਆ, ਖੁਦ ਆਣ ਕੇ ਦੇਖਿਆ, ਈਸਟ ਵਿਖੇ ਰਾਮਗੜ੍ਹੇ ਬਹੁਤ ਅੱਛੀ ਕਮਿਊਨਿਟੀ ਬਹੁਤ ਵੱਡਾ ਕੰਮ ਕਰ ਰਹੀ ਹੈ, ਹਰ ਤਰੀਕੇ ਦਾ ਕੰਮ ਕਰ ਰਹੀ ਹੈ। ਇਹਦੇ ਵਿੱਚ ਗਵਰਨਮੈਂਟ ਦੇ ਕੀ ਖਿਆਲ ਹੈ, ਤਾਂ ਆਪਣੇ ਸਿੱਖਾਂ ਬਾਰੇ ਕੀ ਸਮਝਦੇ ਨੇ, ਉਹਨਾਂ ਦੀ ਕੀ ਰੈਪੂਟੇਸ਼ਨ ਹੈ ਸਾਡੀ ਗਵਰਨਮੈਂਟ ਦੇ ਵਿੱਚ, ਹਾਈ ਲੈਵਲ ਦੇ ਵਿੱਚ? ਓਕੇ, ਬੇਸਿਕਲੀ ਗਵਰਨਮੈਂਟ ਹੁਣ ਰੈਕੋਗਨਾਈਜ਼ ਕਰ ਰਹੀ, ਕਿਉਂਕਿ ਅਸੀਂ ਉੱਥੇ ਰਿਪਰੈਜ਼ੈਂਟ ਕਰ ਰਹੇ ਹਾਂ ਆਪਣੇ ਸਿੱਖਾਂ ਨੂੰ। ਆਪਣੇ ਬੰਦੇ ਕੰਮ ਬਹੁਤ ਸੋਹਣਾ ਕਰ ਰਹੇ ਸੀ ਐਂਡ ਕਰਦੇ ਰਹੇ ਆ ਡੇ 1 ਤੋਂ। ਇੱਦਾਂ ਨਹੀਂ ਕਿ ਆਪਣੇ ਬੰਦੇ ਨੇ ਕੰਮ ਨਹੀਂ ਕੀਤਾ, ਕੰਮ ਬਹੁਤ ਸੋਹਣਾ ਕੀਤਾ, ਪਰ ਰੈਕੋਗਨੀਸ਼ਨ ਇਨ ਟਰਮਸ ਆਫ ਰਿਪਰੈਜ਼ੈਂਟੇਸ਼ਨ ਇਨ ਦਾ ਕਨਸਟੀਟਿਊਸ਼ਨ ਤੇ ਹੋਰ ਜਗ੍ਹਾ ਦੇ ਵਿੱਚ, ਤੇ ਇਵਨ ਨਾਟ ਕਿ ਅਸੀਂ ਪੋਲੀਟੀਕਲੀ ਇਨਵੋਲਵ ਹੋ ਰਹੇ ਗਵਰਨਮੈਂਟ ਮੈਟਰਸ ਦੇ ਵਿੱਚ, ਬਟ ਅਸੀਂ ਹੁਣ ਕਿਉਂਕਿ ਅਸੀਂ ਗਵਰਨਮੈਂਟ ਬੋਡੀਜ਼ ਨੂੰ ਵੀ ਕਾਫੀ ਸਪੋਰਟ ਦਿੱਤੀ ਹੈ। ਜਿਸ ਤਰ੍ਹਾਂ ਕਹੋ ਨਾ, ਪੁਲਿਸ ਫੋਰਸ ਨੂੰ ਅਸੀਂ ਨੈਰੋਬੀ ਤੇ ਤਕਰੀਬਨ ਸਾਰੇ ਪੁਲਿਸ ਫੋਰਸ ਨੂੰ ਸੈਨੀਟਾਈਜ਼ਰਸ, ਫੇਸ ਮਾਸਕ ਤੇ ਹੋਰ ਡਿਟਰਜੈਂਟਸ ਤੇ ਹੋਰ ਕਾਫੀ ਚੀਜ਼ਾਂ ਦੇ ਰਹੇ ਉਹਨਾਂ ਨੂੰ ਸਾਰਿਆਂ ਨੂੰ। ਤੇ ਹੋਰ ਗਵਰਨਮੈਂਟ ਇੰਸਟੀਟਿਊਸ਼ਨ ਜਿੱਦਾਂ ਆਪਣੇ ਪੁਲਿਸ ਫੋਰਸ ਹੈਗੇ ਆ, ਫਿਰ ਆਪਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਵਿੱਚ ਵੀ ਕਾਫੀ ਦਿੱਤਾ ਹੈ, ਤੇ ਹੋਰ ਗਵਰਨਮੈਂਟ ਆਫਿਸਿਸ ਡਿਪਾਰਟਮੈਂਟਸ ਵਿੱਚ ਆਪਾਂ ਕਾਫੀ ਦਿੱਤਾ। ਸੋ ਆਪਣੀ ਹੁਣ ਰੈਕੋਗਨੀਸ਼ਨ ਆ ਰਹੀ, ਬਿਕੋਜ਼ ਦੇ ਕੈਨ ਸੀ ਅ ਫੇਸ ਇਨ ਫਰੰਟ। ਆਪਣੀ ਕਮਿਊਨਿਟੀ 'ਚ ਨਾਟ ਓਨਲੀ ਅਸ, ਆਪਣੇ ਸਾਰੇ ਕਮਿਊਨਿਟੀ ਸਿੱਖਾਂ ਵਿੱਚੋਂ ਜਾ ਰਹੇ ਆ। ਐਂਡ ਕਿਸੂਮੂ ਵਾਲਿਆਂ ਨੇ ਵੀ ਬਹੁਤ ਕੀਤਾ ਸੀ, ਦੇ ਹੈਡ ਕਿਸੂਮੂ ਏਡ, ਐਂਡ ਉਹਨਾਂ ਨੇ ਕਾਫੀ ਉੱਥੇ ਫਲੱਡਿੰਗ ਹੋਈ ਸੀ ਐਂਡ ਉਹਨਾਂ ਨੇ ਕਾਫੀ ਦਿੱਤਾ। ਤੇ ਆਪਣੇ ਕਿਸੂਮੂ ਤੋਂ ਹੈਗੇ ਆਪਣੇ ਕਿਬੋਸ ਸ਼ੂਗਰ, ਕਿਬੋਸ ਡਿਸਟਿਲਰੀ, they have donated thousands and thousands of liters of sanitizer. So ਆਪਣੇ ਬੰਦੇ ਹੁਣ ਪਬਲਿਕ ਦੇਖ ਰਹੀ ਹੈ, ਗਵਰਨਮੈਂਟ ਵਾਲੇ ਦੇਖ ਰਹੇ ਹਨ, ਰੈਕੋਗਨੀਸ਼ਨ ਮਿਲ ਰਹੀ ਹੈ। ਸਾਨੂੰ ਚਿੱਠੀਆਂ ਆ ਰਹੀ ਹੈ ਗਵਰਨਮੈਂਟ ਆਫਿਸਰਸ ਕੋਲੋਂ ਥੈਂਕ ਯੂ ਦੀਆਂ। ਮੇਰੇ ਕੋਲ ਕਾਫੀ ਚਿੱਠੀਆਂ ਆ ਗਈਆਂ, ਜਦੋਂ ਤੁਸੀਂ ਡੋਨੇਸ਼ਨ ਕਰਕੇ ਆਉਂਦੇ ਫਿਰ ਉਹਨਾਂ ਦੀ ਥੈਂਕਸ ਲੈਟਰ ਆਉਂਦੀ ਹੈ। ਬਾਬੂ ਜੀ ਬਹੁਤ ਅੱਛੀ, ਆਪਾਂ ਓਵਰਆਲ ਤਾਂ ਸਾਰਾ ਕੁਝ ਕਵਰ ਕੀਤਾ, ਗਵਰਨਮੈਂਟ ਦਾ ਕੀਤਾ, ਪੋਲੀਟਿਕਸ ਦਾ ਕੀਤਾ। ਮੈਂ ਵਾਪਸ ਗੁਰੂ ਘਰ ਦੀ ਗੱਲ ਕਰਾਂਗਾ। ਜਿਹੜਾ ਤੁਸੀਂ ਇੰਤਜ਼ਾਮ ਕੀਤਾ ਇਹ ਵੀ ਤੁਹਾਡਾ, ਤੁਸੀਂ ਦੇਖ ਰਹੇ ਹੋ ਆਪਣਾ ਪੰਗਾਣੀ ਗੁਰਦੁਆਰਾ ਜਿਹੜਾ ਈਸਟ ਵਿਖੇ ਰਾਮਗੜ੍ਹੇ ਬੋਰਡ ਦਾ। ਮੈਂ ਫਿਰ ਦਿਖਾਉਣਾ ਚਾਹਾਂਗਾ ਕਿ ਤੁਸੀਂ ਦੇਖੋ ਕਿੰਨਾ ਦੂਰ ਬੈਠੇ ਨੇ ਲੋਕ, ਹਰ ਜਗ੍ਹਾ ਦੇ ਉੱਪਰ ਸਾਈਨ ਲਗਾਇਆ ਹੋਇਆ, ਔਰ ਜਿੰਨੀ ਕੀ ਕੋਸ਼ਿਸ਼ ਹੋ ਸਕਦੀ ਇਹਨਾਂ ਨੇ ਕੀਤੀ ਤਾਂ ਕਿ ਬਿਮਾਰੀ ਵਧੇ ਨਾ। ਅਸੀਂ ਇੱਕ ਦੂਜੇ ਨੂੰ ਪੁੱਛਦੇ ਨੇ ਬਿਮਾਰੀ ਘਟਦੀ ਕਿਉਂ ਨਹੀਂ, ਘਟਦੀ ਕਿਉਂ ਨਹੀਂ, ਕਿਉਂਕਿ ਅਸੀਂ ਲਾਪਰਵਾਹ ਹੋ ਜਾਂਦੇ ਹਾਂ। ਅਸੀਂ ਸੋਚਦੇ ਹਾਂ ਕਿ ਅਸੀਂ ਜੋ ਕੰਮ ਕਰਦੇ ਹਾਂ ਇੱਕ ਦੋ ਬੰਦਿਆਂ ਨੂੰ ਇਹ ਫੋਲੋ ਕਰਨ ਨਾਲ ਹੀ, ਹਰ ਕਮਿਊਨਿਟੀ ਨੂੰ ਫੋਲੋ ਕਰਨਾ ਚਾਹੀਦਾ। ਦੇਖੋ ਹਰ ਤਰ੍ਹਾਂ ਦੇ ਬੱਚਿਆਂ ਲਈ ਸਾਈਨ ਲਗਾਏ ਨੇ, ਪੰਜਾਬੀ 'ਚ ਲਿਖਿਆ ਹੋਇਆ, ਤੇ ਬਹੁਤ ਅੱਛਾ ਲੱਗਦਾ ਕਿ ਗੁਰੂ ਘਰ ਨਾ ਕਿ ਜੋ ਗਵਰਨਮੈਂਟ ਨੇ ਕਿਹਾ ਕਿ ਉਹ ਫੋਲੋ ਕਰ ਰਹੇ, ਉਹ ਜਾਸਤੀ ਕਰ ਰਹੇ ਨੇ। ਤੇ ਇੱਥੇ ਬੋਬੀ ਜੀ ਖੜੇ ਨੇ, ਇਹ ਬੋਬੀ ਜੀ ਖੁਦ ਕੁਛ ਮਿਲਾਉਂਦਾ, ਇਹਨਾਂ ਦੇ ਫੰਕਸ਼ਨ ਹੈਗਾ। ਦੇਖੋ ਚੇਅਰਾਂ 'ਤੇ ਬੈਠੇ ਨੇ ਲੋਕ, ਕਿੰਨੀ ਦੂਰ ਬੈਠੇ ਨੇ, ਕਿੰਨਾ ਡਿਸਿਪਲਿਨ ਹੈਗਾ ਕੋਵਿਡ ਦਾ, ਡਿਸਟੈਂਸ ਰੱਖਣਾ, ਮਾਸਕ ਪਾਏ ਹੋਏ ਨੇ, ਤੇ ਬੜਾ ਅੱਛਾ ਲੱਗਦਾ ਕਿ ਇਹਨਾਂ ਨੇ ਪ੍ਰੋਪਰ। ਬੋਬੀ ਜੀ ਤੁਸੀਂ ਉਹਦੇ ਬਾਰੇ ਥੋੜ੍ਹਾ ਬਹੁਤਾ ਹੋਰ ਦੱਸੋ, ਜਿਹੜੀ ਤੁਹਾਡੀ ਫੰਕਸ਼ਨ ਹੋਣੀ ਸੀਗੀ, ਉਹ ਤੁਸੀਂ ਚੇਅਰਾਂ 'ਤੇ ਬੈਠ ਕੇ ਡਿਸਟੈਂਸ ਰੱਖਿਆ, ਉਹ ਕਿੱਦਾਂ, ਕੀ ਹਿਸਾਬ ਸੀਗਾ? ਓਕੇ, ਇਹ ਜਿਹੜੀ ਚੇਅਰਾਂ ਦੀ ਫੋਟੋ ਹੈਗੀ ਹੈ, ਇਹ ਸੀਗੀ ਸਾਡੀ ਮਿਡ ਟਰਮ ਐਨੂਅਲ ਜਨਰਲ ਮੀਟਿੰਗ, ਪਿਛਲੇ ਵੀਕ ਸੰਡੇ ਸੀਗੀ। ਤੇ ਸਾਨੂੰ ਬੜਾ ਡਰ ਲੱਗਦਾ ਸੀ ਕਿ ਇਹ ਮੀਟਿੰਗ ਕਰਨੀ ਹੈ, ਕਿਉਂਕਿ ਮੀਟਿੰਗ ਕਾਫੀ ਡਿਲੇ ਹੋ ਗਈ ਹੈ। ਹੁਣ ਜਿਹੜੇ ਆਪਣੇ ਕੌਮ ਦੇ ਜਿਹੜੇ ਹੈਗੇ ਐਡਮਿਨਿਸਟ੍ਰੇਟਿਵ ਕੰਮਕਾਰ ਉਹ ਕਰਨੇ ਪੈਂਦੇ ਆ, ਤੇ ਉਹ ਫਿਰ ਅਸੀਂ ਸਾਰੀ ਡਿਸੀਜਨ ਲਈ ਕਮੇਟੀ ਨੇ, ਕਿਉਂਕਿ ਹੁਣ ਅਸੀਂ ਗਵਰਨਮੈਂਟ ਅਲਾਉ ਕਰ ਰਹੀ ਹੈ ਤੇ ਅਸੀਂ ਉਹਦੇ ਹਿਸਾਬ ਨਾਲ, ਪਰ ਆਪਣੀ ਸੰਗਤ ਜਿਹੜੀ ਹੈਗੀ ਮੈਂਬਰ ਹੈਗੇ ਆ, ਉਹਨਾਂ ਨੇ ਸਾਨੂੰ ਬਹੁਤ ਨਾ ਯੋਗਦਾਨ ਦਿੱਤਾ। ਤੇ ਉਹਨਾਂ ਨੇ ਦੇਖੋ ਕਿੱਦਾਂ ਸਾਰੇ ਆਰਾਮ ਨਾਲ ਬੈਠੇ ਹਾਲ ਦੇ ਵਿੱਚ। ਨਹੀਂ ਤਾਂ ਨਾਰਮਲੀ ਆਪਣੇ ਦਰਬਾਰ ਸਾਹਿਬ 'ਚ ਜਨਰਲ ਮੀਟਿੰਗ ਹੁੰਦੀ ਹੈ, ਕਦੀ ਥੋੜੀ ਜਿਹੀ ਗਰਮ ਵੀ ਹੋ ਜਾਂਦੀ ਮੀਟਿੰਗ, ਪਰ ਐਤਕੀ ਤੇ ਆਪਣੇ ਬੰਦੇ ਤੇ ਬਹੁਤ ਦੇਖੋ ਕਿੱਦਾਂ ਸਾਰੇ ਡਿਸਿਪਲਿਨ ਬੈਠੇ ਆ, ਬੰਦਿਆਂ ਨੇ ਮਾਸਕ ਪਾਇਆ ਹੋਇਆ, ਤੇ ਸਾਰੇ ਜਾਣੀ ਕਿ ਜਿਹੜੀ ਮੇਰੀ ਰਿਪੋਰਟ ਸੀਗੀ ਉਹ ਉਹਨਾਂ ਨੇ ਬੜੇ ਪਿਆਰ ਨਾਲ ਸੁਣੀ ਆ। ਥੋੜੇ ਬਹੁਤੇ ਸਵਾਲਾਤ ਵੀ ਹੋਏ, ਉਹ ਜ਼ਰੂਰੀ ਹੁੰਦੇ, ਸਵਾਲ ਜ਼ਰੂਰੀ ਹੁੰਦੇ ਆ। ਤੇ ਸਾਡਾ ਪ੍ਰਬੰਧਕਾਂ ਦਾ ਬੜਾ ਇੰਪੋਰਟੈਂਟ ਰੋਲ ਹੈਗਾ ਕਿ ਜੇ ਕੋਈ ਸਾਨੂੰ ਮੈਂਬਰ ਸਵਾਲ ਪੁੱਛੋ ਤਾਂ ਜਵਾਬ ਦੇਣਾ ਚਾਹੀਦਾ। ਬਿਲਕੁਲ ਬਾਬੀ ਜੀ, ਬਹੁਤ ਇੰਪੋਰਟੈਂਟ ਗੱਲ, ਟਾਈਮ ਬੜੀ ਫਾਸਟ ਜਾ ਰਿਹਾ, ਮੈਂ ਮਿਸ ਨਹੀਂ ਕਰਨਾ ਚਾਹੁੰਦਾ। ਬੜਾ ਅੱਛਾ ਮੌਕਾ ਗੁਰਪੁਰਬ ਦਾ, ਆਪਣਾ ਗੁਰਪੁਰਬ ਹੈਗਾ,
ਤੇ ਤੁਸੀਂ ਕੀਨੀਆ ਤੋਂ ਈਸਟ ਅਫਰੀਕਾ ਰਾਮਗੜੀਆ ਬੋਰਡ ਵੱਲੋਂ ਸਾਰੀ ਕਮਿਊਨਿਟੀ ਸਿੱਖ ਕਮਿਊਨਿਟੀ ਵਰਲਡ ਵਾਈਡ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਾਡਾ ਇੱਥੋਂ ਮੈਸੇਜ ਦੇਖੋ, ਇੱਕ ਤੇ ਪਹਿਲਾਂ ਅਸੀਂ ਸਾਡੇ ਸਾਰੇ ਭਰਾਵਾਂ ਨੂੰ ਇੱਕ ਮੈਸੇਜ ਦੇਣਾ ਕਿ ਜਿਹੜਾ ਕੋਵਿਡ-19 ਦਾ ਪੈਂਡੈਮਿਕ ਹੈਗੀ ਆ, ਪਲੀਜ਼ ਆਪਣਾ ਆਪਣਾ ਖਿਆਲ ਰੱਖੋ। ਜੇ ਜਾਨ ਹੈ ਤਾਂ ਜਹਾਨ ਹੈ। ਕੀ ਬਾਤ ਹੈ, ਵੈਰੀ ਨਾਈਸ। ਤੇ ਹਾਂ, ਇਹ ਬੜੀ ਜ਼ਰੂਰੀ ਗੱਲ। ਜੇ ਆਪਾਂ ਆਪਣੇ ਆਪ ਨੂੰ ਪ੍ਰੋਟੈਕਟ ਕਰਾਂਗੇ ਫਿਰ ਆਪਣੇ ਲਈ ਫਿਊਚਰ ਹੈਗਾ। ਜੇ ਆਪਾਂ ਇੱਦਾਂ ਇਰਰਿਸਪੌਂਸਿਬਲੀ ਕੀਤੇ ਕੰਮ, ਇਹ ਬਿਮਾਰੀ ਢਾਲਣ ਦੀ ਬੰਦਿਆਂ ਨੂੰ। ਅਸੀਂ ਦੇਖਿਆ ਇੱਥੇ ਬੰਦੇ ਕਾਫੀ ਨਾ ਵੀਕ ਹੋ ਗਏ, ਬਿਮਾਰੀ ਜਿਹਨਾਂ ਨੂੰ ਹੋਈ ਆ ਰਿਕਵਰ ਕਰ ਗਏ, ਪਰ ਵੀਕਨੈਸ ਬਹੁਤ ਆ। ਤੇ ਹੋਰ ਮੈਂ ਸਾਰੇ ਸਿੱਖ ਸੰਗਤ ਨੂੰ ਆਪਣੇ ਜਿਹੜਾ 551st ਪ੍ਰਕਾਸ਼ ਉਤਸਵ ਆਪਣੇ ਫਾਊਂਡਰ ਸਿੱਖ ਰਿਲੀਜਨ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਇਸ ਵੇਲੇ ਸੈਲੀਬ੍ਰੇਸ਼ਨ ਚੱਲ ਰਹੀ ਆ, ਤੇ ਮੈਂ ਸਾਡੀ ਈਸਟ ਅਫਰੀਕਨ ਰਾਮਗੜੀਆ ਬੋਰਡ ਦੇ ਸਾਡੇ ਪ੍ਰੈਜ਼ੀਡੈਂਟ ਤੇ ਸਾਰੀ ਪ੍ਰਬੰਧਕ ਕਮੇਟੀ ਤੇ ਕੇਨੀਆ ਦੀਆਂ ਸੰਗਤਾਂ ਵੱਲੋਂ ਸਾਰਿਆਂ ਨੂੰ ਬਹੁਤ 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 ਵਧਾਈ ਦੇਣੀ ਚਾਹੁੰਦਾ। ਪਰ ਜੀ ਵਧਾਈ ਤਾਂ ਦੇ ਦਿੱਤੀ, ਤੁਸੀਂ ਉਹਨਾਂ ਨੂੰ ਦਾਵਤ ਵੀ ਦਿਓ ਨਾ ਕਿ ਕੀਨੀਆ ਆਣ ਕੇ ਜਾਓ ਤੇ ਜ਼ਰੂਰ ਆਓ ਗੁਰੂ ਘਰ। ਹਾਂਜੀ ਹਾਂਜੀ ਹਾਂਜੀ, ਦੇਖੋ ਇਹ ਤਾਂ ਜਾਨੀ ਕਿ ਸਾਨੂੰ ਕਹਿਣ ਦੀ ਲੋੜ ਨਹੀਂ। ਕੇਨੀਆ ਦਰਵਾਜ਼ੇ ਸਾਡੇ ਖੁੱਲੇ ਆ, ਆਓ। ਆਪਣੇ ਸਥਾਨ ਬੜੇ ਸੋਹਣੇ ਸੋਹਣੇ, ਮਕਿੰਡੂ ਸਾਹਿਬ ਹੈ, ਮੁੰਬਾਸੇ ਹੈਗੇ, ਸਾਰੇ ਟਾਊਨ ਸਾਹਿਬ ਬਹੁਤ ਬਹੁਤ ਸੋਹਣੇ ਹੈਗੇ ਆ। ਤੇ ਹੋਰ ਕੇਨੀਆ ਜਿਹੜੀ ਕੰਟਰੀ ਹੈਗੀ ਆ, ਇਟਸ ਅ ਟੂਰਿਜ਼ਮ ਡੈਸਟੀਨੇਸ਼ਨ। ਤੇ ਆਪਣੇ ਹਿਸਟਰੀ ਬਹੁਤ ਹੌਲੀਡੇ ਲਈ ਆਓ। ਸਿੱਖਾਂ ਦੀ ਹਿਸਟਰੀ ਬਹੁਤ ਹੈਗੀ ਆ ਤੇ ਟੂਰਿਜ਼ਮ ਵੀ ਬਹੁਤ ਹੈਗੀ ਆ। ਤੁਸੀਂ ਹੌਲੀਡੇ ਲਈ ਆਓ, ਬੜੀ ਖੁਸ਼ੀ ਨਾਲ ਵੈਲਕਮ। ਸਾਰੇ ਜਿਹੜੇ ਬਹੁਤ ਮੋਸਟ ਵੈਲਕਮ। ਥੈਂਕ ਯੂ ਬੋਬੀ ਜੀ। ਪਹਿਲਾਂ ਤਾਂ ਮੈਂ ਸਾਰੀ ਕਲਚਰਲ ਟੀਮ ਵਰਲਡ ਵਾਈਡ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਕਿ ਜੋ ਆਪਣੀ ਸਿੱਖ ਕਮਿਊਨਿਟੀ ਪੰਜਾਬ ਤੋਂ ਬਾਹਰ ਕੀ ਕਰਦੀ ਹੈਗੀ ਆ, ਕਿਸ ਤਰ੍ਹਾਂ ਗੁਰੂ ਘਰ ਕਿੱਦਾਂ ਸਿੱਖੀ ਕਾਇਮ ਰੱਖਦੇ ਹੋ, ਕੀ ਹਸਪੀਟਲਾਂ 'ਚ ਕੰਮ ਕਰਦੀ, ਬੜਾ ਅੱਛਾ ਲੱਗਿਆ। ਔਰ ਬਿਮਾਰੀ ਬਾਰੇ ਵੀ ਤੁਸੀਂ ਸ਼ੇਅਰ ਕੀਤਾ। ਬੋਬੀ ਜੀ ਉਮੀਦ ਰੱਖਦਾ ਕਿ ਥੋੜ੍ਹੀ ਦੇਰ ਬਾਅਦ ਕੁਛ ਨਾ ਕੁਛ ਇੱਦਾਂ ਦਾ ਪ੍ਰੋਗਰਾਮ ਅਸੀਂ ਫੇਰ ਕਰਾਂਗੇ ਅਤੇ ਸਾਰੇ ਵਰਲਡ ਦੇ ਵਿੱਚ ਅਸੀਂ ਉਹਨਾਂ ਨਾਲ ਸ਼ੇਅਰ ਕਰਾਂਗੇ, ਦਿਖਾਵਾਂਗੇ ਕਿ ਆਪਣੀ ਕਮਿਊਨਿਟੀ ਕੀ ਕਰਦੀ ਆ। ਕਿਸੇ ਹੋਰ ਟਾਊਨਾਂ 'ਚ, ਕਿਸੇ ਹੋਰ ਮੁਲਕ ਵੀ ਜਾ ਕੇ ਅਸੀਂ ਡਾਕੂਮੈਂਟਰੀ ਅਕਾਲ ਚੱਲਦੇ ਤਾਂ ਦਿਖਾਵਾਂਗੇ। ਪਲੀਜ਼ ਇਸੇ ਤਰ੍ਹਾਂ ਅਕਾਲ ਚੈਨਲ ਨੂੰ ਸਪੋਰਟ ਕਰਦੇ ਰਿਹਾ ਕਰੋ, ਦੇਖਦਿਆ ਕਰੋ। ਅਗਰ ਕੋਈ ਕਹਿੰਦੇ ਜਾਣੇ ਅਣਜਾਣੇ ਗਲਤੀ ਹੋ ਗਈ, ਮਾਫੀ ਚਾਹਾਂਗੇ। ਬੋਬੀ ਜੀ ਅਸੀਂ ਫਤਿਹ ਬੁਲਾਈਏ ਹੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।